जो धन गुरु ग्रंथ साहिब पातशाह जी की पावन बाणी दियाँ लड़ीवार विचारां रोज़ाना आप संगतां गुरु दरबार अंदर जुड़ करके और अपने अपने घरां विच बैठ करके इस पावन अस्थान तो सरवण करदियां हो चल रहीआं लड़ीवार गुरबाणी विचारां दे नाल सांझ पाइए। विचारां आरंभण तो पहलां सतगुरु धन गुरु ग्रंथ साहिब जी कृपा करन अपना मेहर भरिया हथ सिर ते रखण। मालिक जी आप रसना उत्ते वरत के अपनी पावन बाणी अपने पावन शब्द दी विचार सतगुरु जी आप करवा लैन और आप सरबत संगत बख्शो असीस। कोई रसना वांझी ना रहे। दोवे हथ जोड़ अपनियां मन बिरतियां एकाग्र करदियां होयां लवाओ गुरु चरना विच हाज़री। अदब सहित सरबत संगत मिल करके उचारण करो जी सतनाम श्री वाहे गुरु साहिब जी। एक बार फिर करो रसनावां पवित्र और मिलके आखो जी सतनाम श्री वाहे गुरु साहिब जी। वाहे गुरु साहिब जी। श्लोक महला तीजा। सत गुर कै भाणै जो चलै तिस वड्याई वड्डी होए। हर का नाम उत्तम मन वसै मेट ना सकै कोय। जिस पावन शब्द दा पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है। ये पावन बचन सतगुरु धन गुरु अमरदास पातशाह जी और गुरु रामदास पातशाह जी के मुखारबिंद तो उच्चारण कीते हुए श्लोक और पौड़ी दे रूप विच गुरु ग्रंथ साहिब पातशाह जी दे पावन अंग 90 दे उपर सुभाईमान है। गुरु पातशाह जी ने जो अज दे इन्हां पावन बचनां दे राहीं उपदेश जो सिक्ख्या सानू बख्शिश कीती है, पौड़ी रूप विच मालिक जी ने जिक्र किया केंद्री भाव दे रूप विच कि जिहड़े रब जी दे भगत जन ने रब जी नाल प्रेम करन वाले कह लो उस दे भरोसे उत्ते उस दे विश्वास उत्ते जिउंदे ने।
ਰੱਬ ਜੀ ਕੇ ਆਧਾਰ ਤੇ ਜਿਉਂਦੇ ਨੇ। ਔਰ ਉਹ ਆਪਣੇ ਮਨ ਅੰਦਰ ਇਸ ਬਾਤ ਨੂੰ ਪੱਕਿਆਂ ਕਰਕੇ ਜਾਣਦੇ ਨੇ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਸਾਡੇ ਚੰਗੇ ਔਰ ਮਾੜੇ ਸਾਰੇ ਕਰਮਾਂ ਨੂੰ ਵੇਖ ਰਿਹਾ। ਉਹ ਪ੍ਰਤੀਤ ਹੈ, ਇਹ ਭਰੋਸਾ ਹੈ ਉਹਨਾਂ ਦੇ ਮਨ ਵਿੱਚ ਜਿਹੜੇ ਰੱਬ ਜੀ ਦੇ ਭਗਤ ਜਨ ਨੇ। ਔਰ ਉਹ ਜਾਣਦੇ ਨੇ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਵਰਗਾ ਦੂਸਰਾ ਕੋਈ ਨਹੀਂ ਹੈ। ਉਹ ਸਭ ਤੋਂ ਵੱਡੀ ਤੇ ਸਿਰਮੌਰ ਤਾਕਤ ਹੈ, ਉਹਦੇ ਵਰਗਾ ਦੂਜਾ ਨਹੀਂ ਕੋਈ। ਇਸ ਲਈ ਉਹ ਕਿਸੇ ਵੀ ਤਰ੍ਹਾਂ ਦੇ ਕਾੜੇ ਔਰ ਅੰਦੇਸੇ ਵਿੱਚ ਨਹੀਂ ਰਹਿੰਦੇ, ਕਿਉਂਕਿ ਉਹ ਜਾਣਦੇ ਨੇ ਅਕਾਲ ਪੁਰਖ ਪਰਮੇਸ਼ਵਰ ਆਪਣੇ ਭਗਤ ਜਨਾਂ ਨੂੰ ਕਿਸੇ ਕਾੜੇ ਔਰ ਅੰਦੇਸੇ ਵਿੱਚ ਵਿਆਪਣ ਨਹੀਂ ਦਿੰਦਾ। ਔਰ ਨਾਲ ਉਹ ਇਸ ਗੱਲ ਤੋਂ ਵੀ ਜਾਣੂ ਨੇ ਕਿ ਰੱਬ ਜੀ ਦੇ ਬਣਾਏ ਇਸ ਸਮਾਜ ਵਿੱਚ, ਇਸ ਕੁਦਰਤ, ਇਸ ਸੰਸਾਰ ਦੇ ਉੱਤੇ ਜਿਹੜਾ ਜੀਵ ਭੈੜੇ ਕਰਮ ਕਮਾਉਂਦਾ ਹੋਇਆ, ਬੁਰੇ ਕਰਮ ਕਮਾਉਂਦਾ ਹੋਇਆ ਆਪਣੀ ਜ਼ਿੰਦਗੀ ਜਿਉਂਦਾ ਹੈ, ਜਿਸ ਦਿਨ ਅਕਾਲ ਪੁਰਖ ਪਰਮੇਸ਼ਵਰ ਜੀ ਇਨਸਾਫ ਕਰਦੇ ਨੇ, ਉਸ ਦਿਨ ਉਹ ਮਾਰੇ ਜਾਂਦੇ ਨੇ। ਫਿਰ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਇਸ ਤਰੀਕੇ ਦਾ ਅੱਜ ਜੋ ਕੇਂਦਰੀ ਭਾਵ ਰੂਪ ਵਜੋਂ ਉਪਦੇਸ਼ ਸਤਿਗੁਰੂ ਜੀ ਦੇ ਰਹੇ, ਜਿਹਨੂੰ ਆਪਾਂ ਸਿੱਧੇ ਸਪਸ਼ਟ ਲਫ਼ਜ਼ਾਂ 'ਚ ਕਹਿ ਸਕਦੇ ਹਾਂ, ਸਮਾਜ ਵਿੱਚ ਰੱਬ ਜੀ ਦੇ ਭਗਤ ਔਰ ਰੱਬ ਜੀ ਤੋਂ ਟੁੱਟੇ, ਇਹ ਦੋ ਤਰ੍ਹਾਂ ਦੇ ਮਨੁੱਖ ਰਹਿੰਦੇ ਨੇ। ਜਿਹੜੇ ਉਹਦੇ ਭਗਤ ਜਨ ਨੇ ਉਹ ਉਹਦੇ ਭਰੋਸੇ ਔਰ ਉਹਦੇ ਆਧਾਰ ਤੇ ਜਿਉਂਦੇ ਨੇ, ਤੇ ਉਹ ਉਸ ਭਰੋਸੇ ਤੇ ਜਿਉਂਦਿਆਂ ਹੋਇਆਂ, ਅਕਾਲ ਪੁਰਖ ਪਰਮੇਸ਼ਵਰ ਜੀ ਦੇ ਵਿਸ਼ਵਾਸ ਤੇ ਜਿਉਂਦਿਆਂ ਹੋਇਆਂ, ਉਹਦੇ ਇਨਸਾਫ ਉੱਤੇ, ਉਹਦੀ ਰਜ਼ਾ ਦੇ ਵਿੱਚ ਰਾਜੀ ਨੇ। ਔਰ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਉਹ ਰੱਬ ਤੋਂ ਟੁੱਟ ਕੇ ਜਿਉਂਦੇ ਤੇ ਹਨ, ਪਰ ਉਹ ਰੱਬ ਦੇ ਆਧਾਰ ਤੇ ਨਹੀਂ, ਉਹ ਕੁਦਰਤ ਦੇ ਆਧਾਰ ਤੇ ਜਿਉਂਦੇ ਨੇ। ਕੁਦਰਤ ਦੇ ਆਧਾਰ ਤੋਂ ਭਾਵ ਕਿ ਰੱਬ ਜੀ ਕੇ ਬਣਾਏ ਹੋਏ ਮਾਇਕ ਪਦਾਰਥਾਂ ਦੇ ਸੰਸਾਰ ਦੇ ਆਧਾਰ ਤੇ ਉਹ ਮਨੁੱਖ ਜਿਉਂਦੇ ਨੇ, ਔਰ ਸੰਸਾਰਕ ਪਦਾਰਥਾਂ ਦੇ ਆਧਾਰ ਤੇ ਜਿਉਂਦਿਆਂ ਕਈ ਤਰ੍ਹਾਂ ਦੇ ਚੰਗੇ ਔਰ ਮਾੜੇ ਕਰਮ ਕਮਾਉਂਦੇ ਨੇ। ਫਿਰ ਪਰਮੇਸ਼ਵਰ ਜਿਸ ਦਿਨ ਇਨਸਾਫ ਕਰਦਾ ਹੈ, ਉਸ ਦਿਨ ਕੀਤੇ ਦਾ ਫਲ ਮਿਲਦਾ ਹੈ। ਸ਼ਲੋਕ ਰੂਪ ਵਿੱਚ ਜੋ ਜ਼ਿਕਰ ਸਾਹਿਬ ਨੇ ਕੀਤਾ, ਸਤਿਗੁਰ ਕੈ ਭਾਣੈ ਜੋ ਚੱਲੈ, ਤਿਸ ਵਡਿਆਈ ਵੱਡੀ ਹੋਏ। ਜਿਹੜਾ ਜੀਵ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਉਹਦੀ ਵਡਿਆਈ ਬਹੁਤ ਹੁੰਦੀ ਹੈ, ਸ਼ੋਭਾ ਬਹੁਤ ਹੁੰਦੀ ਹੈ। ਹਰ ਕਾ ਨਾਮ ਉੱਤਮ ਮਨ ਵਸੈ, ਮੇਟ ਨਾ ਸਕੈ ਕੋਏ। ਤੇ ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮਾਤਮਾ ਦਾ ਉੱਤਮ ਨਾਮ ਵਸ ਜਾਂਦਾ ਹੈ, ਫਿਰ ਉਸ ਵਸੇ ਹੋਏ ਨਾਮ ਨੂੰ ਕੋਈ ਮੇਟ ਨਹੀਂ ਸਕਦਾ, ਜਾਂ ਜਿਨ੍ਹਾਂ ਦੇ ਜੀਵਨ ਦਾ ਆਧਾਰ ਪਰਮੇਸ਼ਵਰ ਦਾ ਨਾਮ ਬਣ ਗਿਆ, ਉਸ ਆਧਾਰ ਨੂੰ ਕੋਈ ਮੁਕਾ ਨਹੀਂ ਸਕਦਾ, ਉਸ ਆਧਾਰ ਨੂੰ ਕੋਈ ਤੋੜ ਨਹੀਂ ਸਕਦਾ। ਹੁਣ ਖਿਆਲ ਕਰੀਏ, ਸਤਿਗੁਰੂ ਜੀ ਕੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਗੁਰੂ ਕੇ ਭਾਣੇ ਵਿੱਚ ਚੱਲਣਾ, ਸਤਿਗੁਰੂ ਜੀ ਕੇ ਭਾਣੇ ਵਿੱਚ ਚੱਲਣਾ, ਰੱਬ ਜੀ ਕੀ ਰਜ਼ਾ ਵਿੱਚ ਚੱਲਣਾ,
ਜੇ ਅਸੀਂ ਕਹਿ ਲਈਏ ਵੀ ਸਮਾਜ ਅੰਦਰ ਸਭ ਤੋਂ ਭਲਾ ਕਰਮ ਹੀ ਇਹ ਹੈ ਕਿ ਅਸੀਂ ਰੱਬ ਜੀ ਕੀ ਰਜ਼ਾ 'ਚ ਚੱਲ ਰਹੇ ਹਾਂ, ਤੇ ਕੋਈ ਅਤਕਥਨੀ ਨਹੀਂ। ਉਹਦੀ ਰਜ਼ਾ ਵਿੱਚ ਚੱਲਣਾ। ਇੱਕ ਇਨਸਾਨ ਜਦੋਂ ਆਪਾਂ ਵੇਖਾਂਗੇ ਸਮਾਜਿਕ ਤੌਰ ਤੇ, ਸੰਸਾਰਿਕ ਤੌਰ ਤੇ, ਇੱਕ ਪਿਤਾ ਦੇ, ਇੱਕ ਮਾਂ ਦੇ 2 ਪੁੱਤਰ ਨੇ। ਰਜ਼ਾ ਦੋਵਾਂ ਲਈ ਇੱਕੋ ਜਿਹੀ ਹੈ, ਹੁਕਮ ਦੋਵਾਂ ਲਈ ਇੱਕੋ ਜਿਹਾ ਹੈ। ਇੱਕ ਤੇ ਹੱਥ ਜੋੜ ਕੇ 7 ਵਚਨ ਕਹਿ ਕੇ ਉਸ ਹੁਕਮ ਨੂੰ ਮੰਨ ਲੈਂਦਾ ਜੋ ਮਾਂ ਵੱਲੋਂ ਜਾਂ ਪਿਤਾ ਵੱਲੋਂ ਕੀਤਾ ਜਾਵੇ। ਵੀ ਜਿਵੇਂ ਉਹਨਾਂ ਬਚਨ ਕੀਤਾ ਉਵੇਂ ਹੀ ਉਸੇ ਵਕਤ ਹੀ ਹੱਥ ਜੋੜ ਕੇ ਸਿਰ ਮੱਥੇ ਕਰਕੇ ਮੰਨ ਲਿਆ। ਤੇ ਇੱਕ ਪੁੱਤਰ ਉਹ ਹੈ ਜਿਹੜਾ ਆਪਣੀ ਮਾਂ ਜਾਂ ਆਪਣੇ ਪਿਤਾ ਦੇ ਕੀਤੇ ਹੁਕਮ ਉੱਤੇ ਪਹਿਲੋਂ ਸਵਾਲ ਚੁੱਕਦਾ ਹੈ। ਫਿਰ ਸਵਾਲ ਚੁੱਕਣ ਤੋਂ ਬਾਅਦ ਵਿੱਚ ਕੋਸ਼ਿਸ਼ ਕਰਦਾ ਹੈ ਕਿ ਨਾ ਮੰਨ ਕੇ ਗੁਜ਼ਾਰਾ ਹੋ ਸਕਦਾ ਹੈ। ਜਦੋਂ ਨਾ ਮੰਨ ਕੇ ਗੁਜ਼ਾਰਾ ਨਹੀਂ ਹੁੰਦਾ ਫਿਰ ਜ਼ਬਰੀ ਉਹਨੂੰ ਹੁਕਮ ਮੰਨਣਾ ਪੈਂਦਾ ਹੈ। ਇੱਕ ਉਹ ਹੈ। ਹੁਕਮ ਮੰਨ ਦੋਵੇਂ ਰਹੇ ਨੇ, ਰਜ਼ਾ ਵਿੱਚ ਦੋਵੇਂ ਰਹਿ ਰਹੇ ਨੇ, ਪਰ ਦੋਵਾਂ ਦਾ ਰਜ਼ਾ ਵਿੱਚ ਰਹਿਣ ਦੇ ਵਿੱਚ ਜ਼ਮੀਨ ਔਰ ਅਸਮਾਨ ਦਾ ਫਰਕ ਹੈ। ਇੱਕ ਹੁਕਮ ਮਿਲਿਆ, 7 ਵਚਨ ਕਹਿ ਕੇ ਰਜ਼ਾ ਵਿੱਚ ਰਾਜੀ ਹੈ, ਪਿਤਾ ਜੀ ਜਾਂ ਮੇਰੀ ਮਾਂ ਜਿਵੇਂ ਤੁਹਾਡਾ ਹੁਕਮ ਮੈਂ ਉਸੇ ਅਨੁਸਾਰੀ ਹਾਂ, ਮੈਂ ਤੁਹਾਡੀ ਰਜ਼ਾ 'ਚ ਰਾਜੀ ਹਾਂ। ਔਰ ਇੱਕ ਕਈ ਸਵਾਲ ਕੀਤੇ, ਕਈ ਤਰ੍ਹਾਂ ਦੇ ਤਰਕ ਕੀਤੇ, ਕਈ ਕੁਝ ਕੀਤਾ, ਫਿਰ ਯਤਨ ਕੀਤਾ ਵੀ ਮੈਂ ਨਾ ਮੰਨਾਂ ਤੇ ਵੇਖੀਏ ਸਰਦਾ ਕਿ ਨਹੀਂ ਸਰਦਾ। ਜਦੋਂ ਨਾ ਸਰਿਆ ਫਿਰ ਮਜਬੂਰੀ ਵਸ ਹੋਇਆ, ਉਸ ਹੁਕਮ ਨੂੰ ਮੰਨਦਾ, ਚਿੱਤ ਨਹੀਂ ਹੈ ਵੀ ਮੈਂ ਮੰਨਾਂ। ਰਾਜੀ ਉਹ ਵੀ ਹੈ, ਰਹਿਣਾ ਪੈ, ਉਹ ਰਾਜੀ ਨਹੀਂ ਹੈ, ਉਹਨੂੰ ਰਹਿਣਾ ਪੈ ਰਿਹਾ ਹੈ, ਪਰ ਚੱਲ ਹੁਕਮ ਵਿੱਚ ਰਿਹਾ। ਇਸੇ ਤਰ੍ਹਾਂ ਜਦੋਂ ਆਪਾਂ ਸਮਾਜ ਵਿੱਚ ਵਿਚਰਦੇ ਹਾਂ, ਬੜੇ ਸੁਖਾਲੇ ਜਿਹੇ ਤਰੀਕੇ ਨਾਲ ਅਸੀਂ ਇਹ ਲਫ਼ਜ਼ ਕਹਿ ਦਿੰਨੇ ਆ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਬਚਨ ਪੜ੍ਹਦਿਆਂ ਹੋਇਆਂ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਪਾਵਨ ਬਚਨ ਅਸੀਂ ਪੜ੍ਹੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਕੋਈ ਹੁਕਮ ਤੋਂ ਬਾਹਰ ਨਹੀਂ ਹੈ, ਸਾਰੇ ਉਹਦੇ ਹੁਕਮ ਵਿੱਚ ਨੇ, ਸਾਰੇ ਉਹਦੀ ਰਜ਼ਾ ਵਿੱਚ ਨੇ। ਅਸੀਂ ਇਹ ਲਫ਼ਜ਼ ਅਕਸਰ ਪੜ੍ਹੇ, ਰੋਜ਼ਾਨਾ ਦੁਹਰਾਇਆ ਇਹਨਾਂ ਪਾਵਨ ਬਚਨਾਂ ਨੂੰ। ਜੇ ਸਾਰੇ ਜੀਵ ਰੱਬ ਦੇ ਹੁਕਮ ਵਿੱਚ ਨੇ ਫਿਰ ਬੁਰੇ ਕਿਵੇਂ ਹੋ ਗਏ? ਸੋਚਣ ਵਾਲੀ ਗੱਲ ਤੇ ਇਹ ਹੈ ਨਾ ਵੀ ਚੱਲ ਹਰ ਜੀਵ ਰੱਬ ਦੇ ਹੁਕਮ ਵਿੱਚ ਰਿਹਾ, ਫਿਰ ਮਾੜਾ ਕਿਵੇਂ ਹੋ ਗਿਆ, ਬੁਰਾ ਕਿਵੇਂ ਹੋ ਗਿਆ? ਬਸ ਬੁਰਾ ਉਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਬੱਚੇ ਨੇ ਹੁਕਮ ਮੰਨਿਆ ਨਹੀਂ, ਉਹਦੇ ਤੋਂ ਮਨਵਾਇਆ ਗਿਆ, ਉਹ ਮਜਬੂਰੀ ਵਸ ਹੋ ਕੇ ਰਹਿ ਰਿਹਾ। ਇਸੇ ਤਰ੍ਹਾਂ ਰੱਬ ਜੀ ਦੇ ਹੁਕਮ ਨੂੰ ਮੰਨਣ ਤੋਂ ਕਈ ਇਨਕਾਰੀ ਨੇ, ਪਰ ਮਜਬੂਰੀ ਵਸ ਹੋ ਕੇ ਮੰਨਣਾ ਪੈਂਦਾ ਹੈ। ਉਹ ਜਿਹੜਾ ਮਜਬੂਰੀ ਵਸ ਹੋ ਕੇ ਮੰਨਣਾ ਪੈਂਦਾ ਹੈ, ਉਹ ਉਹਨਾਂ ਦੀ ਕੋਸ਼ਿਸ਼ ਤੇ ਉਹਨਾਂ ਦਾ ਯਤਨ ਇਹ ਹੈ ਵੀ ਜੇ ਰੱਬ ਦਾ ਹੁਕਮ ਨਾ ਮੰਨ ਕੇ ਸਰਦਾ ਹੋਵੇ ਤੇ ਸਾਰ ਲਈਏ। ਪਰ ਸਰਦਾ ਨਹੀਂ, ਰਹਿਣਾ ਉਹਦੀ ਰਜ਼ਾ 'ਚ ਪੈਂਦਾ।
ਹੁਣ ਮਾਲਕ ਜੀ ਨੇ ਜਿਹੜੀ ਸਭ ਤੋਂ ਪਹਿਲੋਂ ਬਾਤ ਕੀਤੀ, ਕਹਿੰਦੇ ਸਤਿਗੁਰ ਕੈ ਭਾਣੈ ਜੋ ਚੱਲੈ। ਹੁਣ ਸ਼ੋਭਾ ਕਿਹਨੂੰ ਮਿਲੇਗੀ? ਜਿਹੜਾ ਸਵਾਲ ਕਰਕੇ ਮੰਨ ਰਿਹਾ ਹੈ ਕਿ ਜਿਹੜਾ ਸਹਿਜ ਸੁਭਾਅ ਕਹਿ ਰਿਹਾ ਸਤ ਬਚਨ? ਜਿਹੜਾ ਤਰਕ ਕਰਕੇ ਮਜਬੂਰੀ ਵਸ ਹੋ ਕੇ ਰਜ਼ਾ ਵਿੱਚ ਰਹਿ ਰਿਹਾ, ਭਾਣੇ 'ਚ ਰਹਿ ਰਿਹਾ ਹੈ, ਕਿ ਜਿਹੜਾ ਉਹਨਾਂ ਦੀ ਰਜ਼ਾ ਵਿੱਚ ਹੈ ਹੀ ਰਾਜੀ, ਉਹ ਵਡਿਆਈ ਕਿਹਨੂੰ ਮਿਲੇਗੀ? ਸ਼ੋਭਾ ਕਿਹਦੀ ਹੋਏਗੀ? ਜਦੋਂ ਮਾਂ-ਬਾਪ ਵੱਲੋਂ ਸ਼ਲਾਘਾ ਕੀਤੀ ਜਾਏਗੀ, ਸਲਾਹਿਆ ਜਾਏਗਾ, ਤੇ ਕਿਹਨੂੰ ਸਲਾਹਿਆ ਜਾਏਗਾ? ਜਦੋਂ ਕੋਈ ਅਦਬ, ਜਦੋਂ ਕੋਈ ਮਾਣ, ਜਦੋਂ ਕੋਈ ਸਤਿਕਾਰ ਦੇਣ ਦੀ ਵਾਰੀ ਆਈ, ਤੇ ਕਿਹਨੂੰ ਦਿੱਤਾ ਜਾਏਗਾ? ਸੁਭਾਵਕ ਜਿਹੀ ਗੱਲ ਹੈ, ਜਿਹੜਾ ਸਹਿਜ ਸੁਭਾਅ ਰਜ਼ਾ ਵਿੱਚ ਰਾਜੀ ਹੈ, ਉਹ ਸਨਮਾਨਿਆ ਜਾਏਗਾ, ਉਹ ਸਤਿਕਾਰਿਆ ਜਾਏਗਾ, ਉਹ ਵਡਿਆਇਆ ਜਾਏਗਾ, ਜਿਹੜਾ ਸਹਿਜ ਸੁਭਾਅ ਰਜ਼ਾ ਵਿੱਚ ਰਾਜ਼ੀ ਹੈ। ਮਾਲਕ ਜੀ ਨੇ ਇਸੇ ਤਰ੍ਹਾਂ ਸਮਝਾਉਂਦਿਆਂ ਕਿਹਾ ਵੀ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਗੁਰੂ ਕੀ ਰਜ਼ਾ ਵਿੱਚ ਚੱਲਦਾ ਹੈ, ਗੁਰੂ ਕੇ ਅਨੁਸਾਰੀ ਹੋ ਕੇ ਚੱਲਦਾ ਹੈ, ਉਹ ਜੀਵ ਤੇ ਇਸ ਵਡਿਆਈ ਵੱਡੀ ਹੋਏ, ਉਹਦੀ ਵਡਿਆਈ ਵੱਡੀ ਹੈ, ਉਹ ਸ਼ੋਭਾ ਵਾਲਾ ਹੈ। ਜਿਵੇਂ ਮਾਲਕ ਜੀ ਇੱਕ ਥਾਂ ਤੇ ਬਚਨ ਕਰਦੇ ਆਖਦੇ ਨਾ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣਾ ਪਾਪੀ ਜਾਣੀਐ। ਵਡਿਆਈ ਵੱਡੀ ਕਿਹਦੀ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਆਪ ਜੀ ਕੀਆਂ ਰਸਨਾਵਾਂ ਤੇ ਰਹਿੰਦਾ ਹੈ। ਮਾਲਕ ਜੀ ਆਖਦੇ, ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਵਡਿਆਈ ਵੱਡੀ ਕਿਹਦੀ ਹੈ? ਔਰ ਗੁਰੂ ਸਾਹਿਬ ਜੀ ਨੇ ਅੱਜ ਪਹਿਲੋਂ ਜ਼ਿਕਰ ਕਰਦਿਆਂ ਇਹੋ ਸਮਝਾਇਆ, ਜਿਸ ਕਰਕੇ ਆਪਾਂ ਜਦੋਂ ਮਾਲਕ ਜੀ ਕੀ ਬਾਣੀ ਨੂੰ ਪੜ੍ਹਦੇ ਆ ਨਾ, ਤੇ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ, ਆਖਦੇ ਨੇ, ਕਹਿੰਦੇ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਹੈ ਨਾ, ਉਹਦੀ ਵਡਿਆਈ, ਉਹਦੀ ਬਖਸ਼ਿਸ਼, ਉਹਦੇ ਵਿੱਚ ਰਹਿਮਤਾਂ ਬਹੁਤ ਨੇ। ਔਰ ਖਿਆਲ ਰੱਖੀਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋ ਤਾਏ। ਉਹ ਕਦੇ ਪਛਤਾਉਂਦਾ ਨਹੀਂ ਹੈ। ਕਾਰਨ ਉਹਨੂੰ ਪਤਾ ਮੇਰੀ ਰਜ਼ਾ 'ਚ ਚੱਲਣ ਵਾਲਾ ਕੌਣ ਹੈ। ਹਾਂ, ਹੁਕਮ ਦੀ ਜੇਵਰੀ ਉਹਨੇ ਸਭਨਾਂ ਦੇ ਗਲ ਵਿੱਚ ਪਾਈ ਹੈ, ਸਾਰਿਆਂ ਦੇ ਗਲ 'ਚ ਹੁਕਮ ਦੀ ਜੇਵਰੀ ਹੈ। ਹਰ ਜੀਵ ਉਹਦੇ ਹੁਕਮ ਦਾ ਬੱਝਾ ਹੋਇਆ ਹੈ। ਜਿਵੇਂ ਇੱਕ ਕਲਾਸ ਦੇ ਵਿੱਚ ਵਿਦਿਆਰਥੀ ਪੜ੍ਹਨ ਵਾਲੇ ਕਈ ਨੇ, ਵਿਦਿਆਰਥੀ ਕਈ ਪੜ੍ਹਨ ਵਾਲੇ 50-60 ਵਿਦਿਆਰਥੀ ਇੱਕ ਕਲਾਸ, ਇੱਕ ਜਮਾਤ 'ਚ ਬੈਠੇ ਨੇ। ਉਹਨਾਂ 50-60 ਦੇ ਵਿੱਚੋਂ ਕੋਈ 4-5 ਐਸੇ ਵੀ ਨੇ ਜਿਹੜੇ ਕਹਿੰਦੇ ਵੀ ਸਾਨੂੰ ਸਕੂਲ ਦੇ ਨਿਯਮ ਪਸੰਦ ਨਹੀਂ, ਐਸੇ ਵੀ ਬੈਠੇ ਨੇ। ਤੇ ਕੀ ਉਹ ਮੰਨਦੇ ਨਹੀਂ? ਉਹਨਾਂ ਦਾ ਕਹਿਣਾ ਇਹ ਹੈ ਵੀ ਨਾ ਤੇ ਸਾਨੂੰ ਵਰਦੀ ਪਾ ਕੇ ਆਉਣਾ ਪਸੰਦ ਹੈ, ਨਾ ਸਾਨੂੰ ਆਪਣੇ ਮੋਢਿਆਂ ਤੇ ਬੈਗ ਟੰਗ ਕੇ ਆਉਣਾ ਚੰਗਾ ਲੱਗਦਾ, ਸਾਡੇ ਤੋਂ ਨਹੀਂ ਭਾਰ ਚੁੱਕਿਆ ਜਾਂਦਾ, ਨਾ ਹੀ ਸਾਨੂੰ ਕਲਾਸ 'ਚ ਬਹਿਣਾ ਚੰਗਾ ਲੱਗਦਾ ਵੀ ਐਵੇਂ ਬੈਠੇ ਸੁਣੀ ਜਾਓ। ਅਸੀਂ ਤੇ ਸਿਰਫ ਮौज ਮਸਤੀ ਕਰਨ ਆਉਂਦੇ ਆ। 4-5 ਵਿਦਿਆਰਥੀ ਐਸੇ ਵੀ ਨੇ। ਪਰ ਕੀ ਉਹਨਾਂ ਦੀਆਂ ਇਹ ਇੱਛਾਵਾਂ ਪੂਰੀਆਂ ਹੁੰਦੀਆਂ ਨੇ? ਨਾ ਤੇ ਉਹ ਵਰਦੀ ਪਾਏ ਬਿਨਾਂ ਸਕੂਲ ਆ ਸਕਦੇ ਨੇ,
ਆਉਣਾ ਪੈਂਦਾ ਹੈ, ਕਾਰਨ ਹੁਕਮ ਮੰਨਣਾ ਪਿਆ, ਉਹ ਰਾਜੀ ਨਹੀਂ। ਨਾ ਉਹ ਬਿਨਾਂ ਕਿਤਾਬਾਂ ਤੋਂ ਸਕੂਲੇ ਆ ਸਕੇ, ਬੈਗ ਵੀ ਲਿਆਉਣਾ ਪਿਆ, ਭਾਵੇਂ ਵਿੱਚ ਕਿਤਾਬਾਂ ਇੱਕ ਹੋਵੇ ਤੇ ਭਾਵੇਂ ਦੋ ਹੋਣ, ਪਰ ਲਿਆਉਣਾ ਤੇ ਪਿਆ। ਫਿਰ ਨਾ ਚਾਹੁੰਦੇ ਹੋਇਆ ਵੀ ਉਹਨਾਂ ਨੂੰ ਜਮਾਤ ਵਿੱਚ, ਕਲਾਸ ਵਿੱਚ ਬੈਠਣਾ ਪਿਆ, ਭਾਵੇਂ ਸੁਣਨ ਕੁਝ ਵੀ ਨਾ, ਮਗਰ ਬੈਠੇ ਭਾਵੇਂ ਸੌਂ ਹੀ ਜਾਣ, ਉਹ ਬਾਤ ਵੱਖਰੀ ਹੈ, ਪਰ ਉਹ ਜਮਾਤ ਤੋਂ ਬਾਹਰ ਨਹੀਂ ਰਹਿ ਸਕੇ। ਹੁਕਮ ਮੰਨਣਾ ਪਿਆ ਪਰ ਉਹ ਚਾਹੁੰਦੇ ਨਹੀਂ। ਇਸੇ ਤਰ੍ਹਾਂ ਹਰ ਮਨੁੱਖ ਦੇ ਗਲ ਵਿੱਚ ਹੁਕਮ ਦੀ ਜੇਵਰੀ ਹੈ। ਜਿਵੇਂ ਹਰ ਵਿਦਿਆਰਥੀ ਦੇ ਗਲ ਵਿੱਚ ਸਕੂਲ ਦੇ ਹੁਕਮ ਦੀ, ਸਕੂਲ ਦੇ ਰੂਲ ਦੀ ਜੇਵਰੀ ਹੈ, ਉਸੇ ਤਰ੍ਹਾਂ ਹਰ ਮਨੁੱਖ ਦੇ ਗਲ ਵਿੱਚ ਰੱਬ ਦੇ ਹੁਕਮ ਦੀ ਜੇਵਰੀ ਹੈ। ਜਿਵੇਂ ਵਿਦਿਆਰਥੀ ਚਾਹੁੰਦਾ ਮੈਂ ਵਰਦੀ ਨਾ ਪਾਵਾਂ, ਇਨਸਾਨ ਵੀ ਚਾਹੁੰਦਾ ਵੀ ਮੈਂ ਆਹ ਕੰਮ ਨਾ ਕਰਾਂ, ਪਰ ਕਰਨਾ ਪੈਂਦਾ ਹੈ। ਉਹ ਵੀ ਮੈਂ ਕਿਤਾਬਾਂ ਲੈ ਕੇ ਨਹੀਂ ਜਾਣਾ, ਤੇ ਇਨਸਾਨ ਕਹਿੰਦਾ ਵੀ ਮੈਂ ਹੁਕਮ ਨਹੀਂ ਮੰਨਦਾ ਰੱਬ ਦਾ, ਆਪਾਂ ਨਹੀਂ ਆਹ ਗੱਲ ਮੰਨਣੀ। ਫਿਰ ਵੀ ਰੱਬ ਨੇ ਮਨਾਈ। ਉਹ ਵੀ ਆਪਾਂ ਤੇ ਮौज ਮਸਤੀ ਕਰਨ ਆਏ ਆ, ਸਕੂਲ ਆਪਾਂ ਕਿਹੜਾ ਪੜ੍ਹਨ ਆਏ ਆ। ਤੇ ਇਨਸਾਨ ਕੀ ਕਹਿੰਦਾ, ਆਪਾਂ ਦੁਨੀਆ ਤੇ ਮौज ਮਸਤੀ ਕਰਨ ਆਏ ਆ, ਆਪਾਂ ਇੱਥੇ ਕੀ ਕਰਨਾ ਹੈ। ਜ਼ਿੰਦਗੀ ਕਿਉਂ ਮਿਲੀ ਹੈ? 4 ਦਿਨਾਂ ਦੀ ਜ਼ਿੰਦਗੀ ਹੈ, ਮौज ਮਸਤੀ ਕਰ ਲੋ। ਇਨਸਾਨ ਇਹੀ ਸੋਚੀ ਬੈਠਾ ਹੈ। ਤੇ ਹੁਣ ਮौज ਸੁਭਾਵਿਕ ਜਿਹੀ ਗੱਲ ਹੈ, ਜੇ ਮौज ਮਸਤੀ ਕਰੇਗਾ ਵਿਦਿਆਰਥੀ, ਤੋੜ ਭੰਨ ਵੀ ਹੋਏਗੀ ਸਕੂਲ ਵਿੱਚ, ਤੇ ਫਿਰ ਕੀ ਮਿਲਦਾ? ਸਜ਼ਾ, ਪਨਿਸ਼ਮੈਂਟ। ਤੇ ਜਦੋਂ ਇਹ ਮਨੁੱਖ ਆਪਣੀ ਜ਼ਿੰਦਗੀ 'ਚ ਮौज ਮਸਤੀ ਕਰਦਿਆਂ ਤੋੜ ਭੰਨ ਕਰਦਾ, ਇਹਨੂੰ ਕੀ ਮਿਲਦਾ? ਸਜ਼ਾ, ਪਨਿਸ਼ਮੈਂਟ, ਉਹ ਦੁੱਖ ਤਕਲੀਫ ਇਹਦੇ ਕੀਤੇ ਇਹਦੇ ਸਾਹਮਣੇ ਹੀ ਆ ਜਾਂਦੇ ਨੇ। ਮਤਲਬ ਇਹ ਹੈ ਕਿ ਅਸੀਂ ਕੋਸ਼ਿਸ਼ ਜਿੰਨੀ ਮਰਜ਼ੀ ਕਰ ਲਈਏ ਵੀ ਮੈਂ ਰੱਬ ਦੀ ਰਜ਼ਾ 'ਚ ਨਹੀਂ ਰਹਿਣਾ, ਪਰ ਉਹ ਸਾਨੂੰ ਆਪਣੀ ਰਜ਼ਾ ਵਿੱਚ ਰੱਖਦਾ ਹੈ। ਅਸੀਂ ਜਿੰਨਾ ਮਰਜ਼ੀ ਉਹਦੀ ਹੁਕਮ ਅਦੂਲੀ ਕਰਨੀ ਚਾਹੀਏ, ਪਰ ਸਾਨੂੰ ਹੁਕਮ ਉਹਦਾ ਮੰਨਣਾ ਪੈਂਦਾ ਹੈ। ਅਸੀਂ ਹੁਕਮ ਅਦੂਲੀ ਨਹੀਂ ਕਰ ਸਕਦੇ। ਮੈਂ ਜਿੰਨੀ ਮਰਜ਼ੀ ਕੋਸ਼ਿਸ਼, ਜਿੰਨਾ ਮਰਜ਼ੀ ਯਤਨ ਕਰ ਲਾਂ ਵੀ ਰੱਬ ਜੀ ਮੈਨੂੰ ਨਹੀਂ ਆ ਤੁਹਾਡੀ ਰਜ਼ਾ ਪਸੰਦ, ਰੱਬ ਨਹੀਂ ਪਸੰਦ ਨਾ ਸਹੀ, ਪਰ ਮੰਨਣੀ ਤੇ ਪੈਣੀ ਹੈ। ਹੁਣ ਵਿਦਿਆਰਥੀਆਂ ਤੋਂ ਪੁੱਛ ਕੇ ਥੋੜੀ ਰੂਲ ਬਣਦੇ ਨੇ ਸਕੂਲਾਂ ਦੇ, ਵੀ ਦੱਸੋ ਤੁਹਾਨੂੰ ਕੀ ਚੰਗਾ ਲੱਗਦਾ, ਵੀ ਅਸੀਂ ਉਦਾਂ ਦਾ ਰੂਲ ਬਣਾ ਦਈਏ, ਵੀ ਤੁਸੀਂ ਕਹੋ ਤੇ ਆਪਾਂ ਤੁਹਾਡੇ ਕਲਾਸ, ਤੁਹਾਡੀ ਜਮਾਤ 'ਚ ਅਧਿਆਪਕ ਭੇਜਾਂਗੇ, ਜੇ ਤੁਸੀਂ ਆਖੋ ਵੀ ਨਹੀਂ ਅਸੀਂ ਨਹੀਂ ਭੇਜਦੇ। ਏਦਾਂ ਹੋਇਆ ਕਦੇ? ਵੀ ਜੇ ਤੁਸੀਂ ਆਖੋ ਅਸੀਂ ਤੁਹਾਨੂੰ ਘਰੇ ਭੇਜ ਦਈਏ, ਨਿਯਮ ਕਿੱਦਾਂ ਬਣੇ? ਜਿੱਦਾਂ ਅਧਿਆਪਕ ਨੇ ਉਥੋਂ ਦੇ ਜਿਹੜਾ ਹੈਡ ਹੈ ਉਹਨੇ ਚਾਹਿਆ, ਉਦਾਂ ਦੇ ਨਿਯਮ ਸਕੂਲ ਦੇ ਬਣੇ। ਵਿਦਿਆਰਥੀਆਂ ਤੋਂ ਪੁੱਛ ਕੇ ਤਾਂ ਨਹੀਂ ਨਾ ਬਣੇ। ਵਿਦਿਆਰਥੀਆਂ ਨੂੰ ਉਹ ਨਿਯਮ ਫੋਲੋ ਕਰਨੇ ਪਏ। ਇਸੇ ਤਰ੍ਹਾਂ ਸੰਸਾਰ ਦੇ ਨਿਯਮ ਬੰਦੇ ਤੋਂ ਪੁੱਛ ਕੇ ਥੋੜੀ ਬਣਦੇ ਨੇ। ਜਿਵੇਂ ਅਕਾਲ ਪੁਰਖ ਪਰਮੇਸ਼ਵਰ ਨੇ ਬਣਾਏ ਉਵੇਂ ਬਣ ਗਏ। ਇਹਦਾ ਫਰਜ਼ ਤੇ ਸਿਰਫ ਹੁਣ ਉਹਨਾਂ ਨਿਯਮਾਂ ਨੂੰ ਫੋਲੋ ਕਰਨਾ ਹੈ, ਵੀ ਜੋ ਰੱਬ ਨੇ ਨਿਯਮ ਬਣਾਤਾ ਮੈਂ ਫੋਲੋ ਕਰਨਾ ਹੈ। ਜਿਵੇਂ ਡਿਸਿਪਲਿਨ ਬਣਾਇਆ, ਕਈਆਂ ਨੂੰ ਚੰਗਾ ਲੱਗਾ ਕਈਆਂ ਨੂੰ ਨਹੀਂ। ਇਸੇ ਤਰ੍ਹਾਂ ਰੱਬ ਦੇ ਬਣਾਏ ਨਿਯਮ ਕਈਆਂ ਨੂੰ ਚੰਗੇ ਲੱਗਦੇ ਤੇ ਕਈਆਂ ਨੂੰ ਨਹੀਂ। ਪਰ ਜਿਵੇਂ ਡਿਸਿਪਲਿਨ ਫੋਲੋ ਸਭ ਨੂੰ ਕਰਨਾ ਪਿਆ, ਉਸੇ ਤਰ੍ਹਾਂ ਰੱਬ ਦੇ ਬਣਾਏ ਨਿਯਮ ਸਭ ਨੂੰ ਫੋਲੋ ਕਰਨੇ ਪਏ। ਹੁਣ ਜੇ ਕੋਈ ਡਿਸਿਪਲਿਨ ਨੂੰ ਤੋੜਦਾ ਹੈ, ਉਹ ਬਣਾਏ ਨਿਯਮ ਭੰਨਦਾ ਹੈ, ਫਿਰ ਉਹਨੂੰ ਸਕੂਲ ਵੱਲੋਂ ਸਜ਼ਾ ਮਿਲਦੀ ਹੈ, ਤੇ ਜਿਹੜਾ ਰੱਬ ਦੇ ਬਣਾਏ ਨਿਯਮ ਤੋੜਦਾ ਹੈ ਉਹਨੂੰ ਰੱਬ ਵੱਲੋਂ ਸਜ਼ਾ ਮਿਲਦੀ ਹੈ। ਫਿਰ ਜਦੋਂ ਰੱਬ ਵੱਲੋਂ ਸਜ਼ਾ ਮਿਲਦੀ, ਮਨੁੱਖਤਾ ਕਰਲਾਉਂਦੀ ਕਿ ਨਹੀਂ? ਫਿਰ ਘਰ ਬੈਠਾ ਹਰ ਬੰਦਾ ਕੁਰਲਾ ਉੱਠਦਾ ਹੈ।
ਆ ਪਿਛਲੇਰੇ ਸਮੇਂ 'ਚ ਆਪਾਂ ਸਾਰਾ ਹੰਢਾ ਕੇ ਆ, ਕਿੰਨਾ ਮਨੁੱਖ, ਹਰ ਬੰਦਾ ਕੀ ਕਹਿੰਦਾ ਸੀ? ਰੱਬ ਅੱਗੇ ਕਰਲਾਉਂਦਾ ਹੀ ਰਿਹਾ, ਤੜਫਦਾ ਹੀ ਰਿਹਾ, ਵਿਲਕਦਾ ਹੀ ਰਿਹਾ ਵੀ ਰੱਬਾ ਆਹ ਕੀ ਹੋ ਗਿਆ ਵੀ ਸਾਨੂੰ ਘਰਾਂ 'ਚ ਬੰਦ ਕਰਤਾ, ਅਸੀਂ ਕਿਵੇਂ ਰਵਾਂਗੇ, ਸਾਡੀ ਜ਼ਿੰਦਗੀ ਦਾ ਆਧਾਰ ਕਿਵੇਂ ਚੱਲੇਗਾ। ਇਨਸਾਨ ਕਿੰਨਾ ਤੜਫਿਆ ਤੇ ਨਤੀਜਾ ਕਿਹਦਾ ਸੀ? ਜੇ ਉਹ ਸਾਰਾ ਕੁਝ ਸਾਨੂੰ ਆਪਣੇ ਤਨ ਤੇ ਹੰਢਾਉਣਾ ਪਿਆ, ਕਿਉਂ? ਜਿਵੇਂ ਸ਼ਰਾਰਤ ਕਰਨ ਵਾਲੇ 3-4 ਜਣੇ ਸੀ, 3-4 ਨੇ ਸ਼ਰਾਰਤ ਕੀਤੀ, ਉਹ 3-4 ਦੇ ਵਿੱਚੋਂ ਹੁਣ 2 ਸਕੂਲੇ ਗਏ, 2 ਨਹੀਂ ਗਏ। ਉਹ ਘਰੇ ਬੈਠਿਆਂ ਹਫੜਾ ਦਫੜੀ ਮੱਚ ਗਈ ਕਿ ਨਹੀਂ ਵੀ ਜਦੋਂ ਕੱਲ ਨੂੰ ਜਾਵਾਂਗੇ ਤੇ ਟੰਗੇ ਅਸੀਂ ਵੀ ਜਾਣਾ। ਇਸੇ ਤਰ੍ਹਾਂ ਮਨੁੱਖਾਂ ਦੀ ਹਾਲਤ ਬਣੀ। ਜਦੋਂ ਰੱਬ ਜੀ ਦੇ ਬਣਾਏ ਹੋਏ ਨਿਯਮ, ਅਸੀਂ ਕੁਦਰਤ ਦੇ ਨੇਮ ਤੋੜੇ, ਉਦੋਂ ਕਿਸੇ ਨੇ ਖਿਆਲ ਕੀਤਾ ਨਹੀਂ, ਬਸ ਤੋੜਦੇ ਰਹੇ। ਤੇ ਜਦੋਂ ਫਿਰ ਉੱਥੇ ਰੱਬ ਜੀ ਨੇ ਹੁਣ ਜਦੋਂ ਪਤਾ ਲੱਗ ਗਿਆ ਵੀ ਆ ਮਨੁੱਖਾਂ ਨੇ ਨਿਯਮ ਤੋੜੇ ਨੇ, ਰੱਬ ਨੇ ਪਨਿਸ਼ਮੈਂਟ ਦਿੱਤੀ, ਰੱਬ ਨੇ ਇਹਨਾਂ ਦੇ ਜਿਵੇਂ ਰੱਬ ਜੀ ਨੇ ਨਿਯਮ ਤੋੜੇ, ਹੁਣ ਤੋੜੇ ਹੋਏ ਨਿਯਮਾਂ ਦਾ ਨਤੀਜਾ ਇਹਨਾਂ ਦੇ ਸਾਹਮਣੇ ਆ। ਫਿਰ ਬੰਦਾ ਕੁਰਲਾ ਉੱਠਿਆ ਵੀ ਆਹ ਕਿਉਂ? ਇੱਕ ਨਿੱਕੀ ਦੀ ਉਦਾਹਰਣ, ਰੱਬ ਜੀ ਨੇ ਬਨਸਪਤੀ ਦਿੱਤੀ ਸਾਨੂੰ। ਇਹ ਬਨਸਪਤੀ ਨੇ ਸਾਡੀ ਜ਼ਿੰਦਗੀ ਦਾ ਆਧਾਰ ਹੈ, ਸਾਡੀ ਜ਼ਿੰਦਗੀ ਦਾ ਆਸਰਾ ਹੈ, ਕਿਉਂਕਿ ਆਕਸੀਜਨ ਸਾਨੂੰ ਬਨਸਪਤੀ ਨੇ ਦੇਣੀ। ਸਾਡਾ ਫਰਜ਼ ਤੇ ਬਣਦਾ ਸੀ ਵੀ ਅਸੀਂ ਬਨਸਪਤੀ ਦੀਆਂ ਜੜ੍ਹਾਂ 'ਚ ਪਾਣੀ ਪਾਉਂਦੇ। ਅਸੀਂ ਕੀ ਪਾਇਆ? ਤੇਲ। ਸਾਡਾ ਫਰਜ਼ ਤੇ ਬਣਦਾ ਸੀ ਵੀ ਅਸੀਂ ਬਨਸਪਤੀ ਸੰਭਾਲ ਕੇ ਰੱਖਦੇ। ਅਸੀਂ ਕੀ ਕੀਤਾ? ਲੱਗੇ ਰਹੇ ਦਿਨ ਰਾਤ ਵੱਢਣ। ਇਹੀ ਕੁਛ ਹੋਇਆ ਨਾ। ਕੁਝ ਰੁੱਖ ਐਸੇ ਨੇ ਜਿਨ੍ਹਾਂ ਦੇ ਵਿੱਚ ਇੰਨੀ ਸ਼ਮਤਾ ਪਰਮੇਸ਼ਵਰ ਵੱਲੋਂ ਹੈ ਕਿ ਉਹ ਦਿਨ ਦੇ 24 ਘੰਟੇ ਆਕਸੀਜਨ ਦਿੰਦੇ ਨੇ। 24 ਘੰਟੇ, ਜਿਨ੍ਹਾਂ ਦੇ ਵਿੱਚ ਪਿੱਪਲ ਦਾ ਰੁੱਖ ਸਭ ਤੋਂ ਸਿਰਮੌਰ ਮੰਨਿਆ ਜਾਂਦਾ। ਇਹੋ ਕਾਰਨ ਸੀ ਕਿ ਸਿਆਣੇ ਲੋਕਾਂ ਨੇ ਪਿੱਪਲ ਦੇ ਰੁੱਖ ਦਾ ਸਨਮਾਨ ਕਰਨਾ ਸ਼ੁਰੂ ਕੀਤਾ ਵੀ ਇਹ ਸਾਨੂੰ 24 ਘੰਟੇ ਆਕਸੀਜਨ ਦਿੰਦਾ ਹੈ। ਸਨਮਾਨ ਕਰਨਾ ਸ਼ੁਰੂ, ਵੀ ਇਹਨੂੰ ਵੱਢਣਾ ਨਹੀਂ, ਚਾਹੇ ਸਾਨੂੰ ਲੱਖ ਲੋੜ ਹੋਵੇ ਲੱਕੜ ਦੀ, ਪਰ ਪਿੱਪਲ ਦਾ ਰੁੱਖ ਨਹੀਂ ਵੱਢਣਾ। ਉਹਦਾ ਸਨਮਾਨ, ਉਹਦਾ ਅਦਬ ਕਰਨਾ, ਸਤਿਕਾਰ ਕਰਨਾ ਸ਼ੁਰੂ ਕੀਤਾ। ਉਹ ਅਦਬ ਸਤਿਕਾਰ ਕਰਦਿਆਂ 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 ਅਸੀਂ ਉਹਦੀ ਪਰਵਰਿਸ਼ ਕਰਨੀ ਸੀ, ਸੰਭਾਲ ਕਰਨੀ, ਪਰ ਉਹ ਸਾਡਾ ਅਦਬ ਸਤਿਕਾਰ ਉਹਦੀਆਂ ਜੜ੍ਹਾਂ ਲੈ ਕੇ ਬਹਿ ਗਿਆ। ਅਸੀਂ ਉਹਨੂੰ ਪਾਣੀ ਨਹੀਂ ਦਿੰਦੇ, ਉਹਦੀਆਂ ਜੜ੍ਹਾਂ 'ਚ ਤੇਲ ਪਾਉਂਦੇ ਆ, ਉਹਦਾ ਸਾਹ ਨਹੀਂ ਨਿਕਲਣ ਦਿੰਦੇ, ਲਪੇਟ ਲਪੇਟ ਕੇ ਕੱਪੜੇ ਉਹਦੇ ਦਿਵਾਲੇ ਉਹਦਾ ਨਾਸ ਮਾਰ ਕੇ ਰੱਖ ਦਿੰਦੇ ਆ। ਤੇ ਭੋਗਣਾ ਕੀ ਪਿਆ? ਉਹ ਸੁੱਕ ਗਿਆ, ਕੁਮਲਾ ਗਿਆ। ਜਿਹਦੀਆਂ ਜੜ੍ਹਾਂ 'ਚ ਰੋਜ਼ ਤੇਲ ਪੈਂਦਾ ਹੋਵੇ ਉਹਨੇ ਖੋਖਲਾ ਹੀ ਹੋਣਾ ਹੈ, ਸੁਭਾਵਿਕ ਜਿਹੀ ਗੱਲ ਹੈ। ਹੁਣ ਜਦੋਂ ਬਨਸਪਤੀ ਨਾਲ ਅਸੀਂ ਛੇੜਛਾੜ ਕਰਦੇ ਰਹੇ, ਵੱਢਦੇ ਰਹੇ, ਟੁੱਕਦੇ ਰਹੇ, ਲੱਕੜਾਂ ਵੱਢ ਵੱਢ ਕੇ ਅਸੀਂ ਆਪਣੇ ਘਰਾਂ ਨੂੰ ਸੋਹਣੇ ਸੋਹਣੇ ਦਰਵਾਜ਼ੇ ਲਾਉਂਦੇ ਰਹੇ, ਬਾਰੀਆਂ ਲਾਉਂਦੇ ਰਹੇ, ਕਦੇ ਕੁਛ ਕਰ ਕਦੇ ਕੁਝ ਕਰ, ਬਨਸਪਤੀ ਹੋ ਗਈ ਖਤਮ। ਤੇ ਫਿਰ ਆਕਸੀਜਨ ਨੂੰ ਕੁਰਲਾਇਆ ਕੌਣ? ਮਨੁੱਖ ਹੀ ਕੁਰਲਾਇਆ ਨਾ। ਫਿਰ ਵੇਖੇ ਸੀ ਨਾ ਤੜਫਦੇ। ਥੋੜਾ ਸਮਾਂ ਹੀ ਬੀਤਿਆ, ਮਨੁੱਖ ਪਿਆ ਮੰਜੇ ਤੇ ਕੁਰਲਾਉਂਦਾ ਵੀ ਕਿਤੋਂ ਆਕਸੀਜਨ ਮਿਲ ਜੇ। ਫਿਰ ਡਾਕਟਰਾਂ ਨੇ ਵੀ ਹੱਥ ਖੜੇ ਕਰਦੇ ਵੀ ਸਾਡੇ ਕੋਲ ਹੈ ਨਹੀਂ, ਸਾਡੇ ਕੋਲ ਜਿੰਨੀ ਕੁ ਸੀ ਅਸੀਂ ਵਰਤ ਲਈ। ਵੀ ਜੇ ਤੁਹਾਨੂੰ ਕਿਤੋਂ ਮਿਲਦੀ ਹੈ ਆਕਸੀਜਨ ਲੈ ਆਓ, ਅਸੀਂ ਪ੍ਰਬੰਧ ਕਰ ਦਿੰਨੇ, ਲਾ ਦਾਂਗੇ। ਜੇ ਮਿਲਦੀ ਹੈ ਤੇ ਲੈ ਆਓ। ਫਿਰ ਸਾਨੂੰ ਚੇਤੇ ਆਇਆ ਵੀ ਅਸੀਂ ਬਨਸਪਤੀ ਸੰਭਾਲ ਕੇ ਕਿਉਂ ਨਹੀਂ ਰੱਖੀ। ਫਿਰ ਚੇਤੇ ਆਇਆ ਜਦੋਂ ਨਿਯਮ ਤੋੜੇ ਸੀ, ਉਦੋਂ ਕਿਉਂ ਨਹੀਂ ਚੇਤੇ ਆਇਆ। ਇਹ ਮੈਂ ਬੇਨਤੀ ਤਾਂ ਕਰ ਰਿਹਾ
ਮਾਲਕ ਪਾਤਸ਼ਾਹ ਜੀ ਨੇ ਅੱਜ ਉਪਦੇਸ਼ ਦਿੰਦਿਆਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਤੇ ਜਿਹੜਾ ਹੁਣ ਚੱਲ ਸਾਰੇ ਹੀ ਉਹਦੇ ਭਾਣੇ ਵਿੱਚ ਰਹੇ ਆ, ਇਹ ਨਹੀਂ ਵੀ ਉਹਦੇ ਭਾਣੇ ਵਿੱਚ ਨਹੀਂ ਆ, ਪਰ ਇੱਕ ਉਹ ਆਪਣੀ ਮਰਜ਼ੀ ਅਨੁਸਾਰੀ ਭਾਣੇ ਵਿੱਚ ਨੇ ਵੀ ਮੈਂ ਰੱਬ ਦੀ ਰਜ਼ਾ 'ਚ ਰਾਜ਼ੀ ਆ। ਇੱਕ ਨੂੰ ਰੱਬ ਰਜ਼ਾ ਵਿੱਚ ਰਾਜ਼ੀ ਕਰ ਰਿਹਾ, ਚਲਾ ਰਿਹਾ, ਧੱਕੇ ਨਾਲ ਚਲਾ ਰਿਹਾ। ਉਹ ਜਿਹੜਾ ਜਬਰੀ ਚੱਲ ਰਿਹਾ ਨਾ, ਉਹਦੇ ਕੀਤੇ ਹੋਏ ਫਿਰ ਕਰਮਾਂ ਦਾ ਫਲ ਜਦੋਂ ਸਾਹਮਣੇ ਆਉਂਦਾ, ਫਿਰ ਵਡਿਆਈ ਵੱਡੀ ਨਹੀਂ ਹੁੰਦੀ, ਫਿਰ ਸਗੋਂ ਲੰਤ ਖੱਟਦਾ ਹੈ। ਜਿਵੇਂ ਸੱਚੇ ਮਾਰਗ ਤੇ ਚੱਲਦਿਆਂ ਜਹਾਨ ਉਸਤਤੀ ਗਾਉਂਦਾ ਹੈ, ਝੂਠੇ ਮਾਰਗ ਤੇ ਚੱਲਦਿਆਂ ਜਹਾਨ ਲਾਹਨਤ ਵੀ ਪਾਉਂਦਾ ਹੈ। ਜਿਵੇਂ ਭਲੇ ਰਸਤੇ ਤੇ ਚੱਲਦਿਆਂ ਹੋਇਆਂ ਸਮਾਜ ਭਲਾ ਕਹਿੰਦਾ ਹੈ, ਇਸੇ ਤਰ੍ਹਾਂ ਮਾੜੇ ਰਾਹ ਤੇ ਚੱਲਦਿਆਂ, ਬੁਰੇ ਰਾਹ ਤੇ ਚੱਲਦਿਆਂ ਸਮਾਜ ਬੁਰਾ ਵੀ ਆਖਦਾ ਹੈ। ਸੁਭਾਵਿਕ ਜਿਹੀ ਗੱਲ ਹੈ। ਫਿਰ ਸਾਹਿਬ ਜੀ ਕਹਿੰਦੇ ਹਰ ਕਾ ਨਾਮ ਉੱਤਮ ਮਨ ਵਸੈ, ਰੱਬ ਜੀ का नाम बहुत उत्तम है, बहुत भला है, जिस दे मन विच वस जांदा है, फिर मेट ना सकै कोई। फिर ओदे मन विचों उस नाम दी छाप नूं, मतलब मोहर नूं कोई मेट नहीं सकदा। फिर ओ ते इस गल तो भी जाणू हो जाता है, जां इस गल नाल सहमत हो जाता है। ओदी जुबान खुद आखदी है, जो तन चीरै अंग न मोरों, पिंड परै तो प्रीत ना तोरों, हम तुम बीच भयो नहीं कोई, तुम है सो कंत नार हम सोई, कह कबीर सुनो रे लोई, अब तुमरी प्रतीत ना हुई। कौन मेट लेगा? जिस थां उत्ते जिस मन दे विच साहिब कहंदे अकाल पुरख परमेश्वर जी के नाम दी मोहर लग जाती है, फिर उस लगी हुई मोहर नूं, उस लगे हुए निशान नूं कोई ढा, कोई मिटा नहीं सकता, कोई जिन्ना मर्जी यतन कर ले। जिन्हों बापू जी ने कहा, गुर का बचन बसै जी नाले, जल नहीं डूबै तस्कर नहीं लेवै, पाहे न साकै जाले। फिर अग तक भी उस शब्द दी छाप, शब्द दे निशान नूं कोई साड़ नहीं सकती। इंसानां ने मारन वालियां ने मारता, मनुख मारता, पर अंदरों रब जी दी याद नूं कोई मिटा नहीं सकिया। मंसूर वर्गे सूली टंगे गए, सरमद वर्गे मारे गए, पर की अंदरों रब्बी नाम मिट गया? ਜਿਹੜੀ ਅਵਸਥਾ ਹਿਰਦੇ ਦੀ ਅਨਲ ਹੱਕ ਵਾਲੀ ਬਣ ਚੁੱਕੀ ਹੈ, ਉਹਨੂੰ ਕੋਈ ਮਿਟਾ ਸਕਿਆ? ਤੇ ਸਮੇਟ ਨਾ ਸਕਿਆ ਕੋਈ ਵੀ। ਫਿਰ ਉਹ ਅੰਦਰ ਰੱਬ ਜੀ ਕੀ ਬਣੀ ਹੋਈ ਯਾਦ ਨੂੰ, ਰੱਬ ਜੀ ਕੇ ਵਸੇ ਹੋਏ ਨਾਮ ਨੂੰ ਮਿਟਾ ਨਹੀਂ ਸਕਦਾ। ਕਿਰਪਾ ਕਰੇ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ, नानक कारण करते वस है, गुरमुख बुझै कोय। सतगुरु जी ने फिर अगलियां पंक्तियां च जिक्र किया, कहते किरपा करे जिस अपनी। हुण किरपा दा पात्र कौन बनेगा? आरंभता विच आ जाओ, सतगुर कै भाणे जो चले, वो किरपा दा पात्र बनेगा। जे तिस कर्म प्राप्त होए, यानी उन्होंने बख्शिश मिलती है। जिहदे उत्ते रब जी किरपा करते ने, उन्होंने बख्शिश मिलती है। और गुरु की रजा विच चलण वाला, गुरु के भाणे विच चलण वाला, गुरु दे द्वारा, गुरु दे राही इस गल नूं समझ लैंदा है, कारण करते वस है। बख्शिश उसे ने करनी है जे
ਹੁਕਮ ਮੰਨਣ ਨੂੰ ਅੱਗੇ ਜਿਹੜਾ ਸੀ ਤੇ ਬਖਸ਼ਿਸ਼ ਵੀ ਤੇ ਉਹੀ ਲਏਗਾ ਨਾ। ਜੇ ਭਾਈ ਲਹਿਣਾ ਜੀ ਹੁਕਮ ਮੰਨਣ ਨੂੰ ਅੱਗੇ ਸਨ ਤੇ ਬਖਸ਼ਿਸ਼ ਵੀ ਭਾਈ ਲਹਿਣਾ ਜੀ ਲੈ ਕੇ ਜਾਂਦੇ, ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਕਿਉਂ ਨਹੀਂ ਲੈ ਗਏ? ਜੇ ਹੁਕਮ ਮੰਨਣ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਬਾਪੂ ਅਮਰਦਾਸ ਜੀ ਅੱਗੇ ਨੇ, ਤੇ ਫਿਰ ਬਖਸ਼ਿਸ਼ ਦਾਤੂ ਤੇ ਦਾਸੂ ਜੀ ਕਿਉਂ ਨਹੀਂ ਲੈ ਗਏ? ਬਖਸ਼ਿਸ਼ ਵੀ ਉਹਨਾਂ ਨੂੰ ਮਿਲੀ। ਜੇ ਭਾਈ ਜੇਠਾ ਹੁਕਮ ਮੰਨਣ ਵਿੱਚ ਆਗੂ ਨੇ, ਤੇ ਫਿਰ ਬਖਸ਼ਿਸ਼ ਮੋਹਨ ਤੇ ਮੋਹਰੀ ਜੀ ਕਿਉਂ ਨਹੀਂ ਲੈ ਗਏ? ਕਿਹਨੂੰ ਮਿਲੀ? ਭਾਈ ਜੇਠਾ ਜੀ ਨੂੰ। ਜੇ ਹੁਕਮ ਮੰਨਣ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਗੇ ਨੇ, ਸਿਰ ਮੱਥੇ ਕਰਕੇ ਮੰਨਦੇ, ਤੇ ਬਖਸ਼ਿਸ਼ ਕੌਣ ਲੈਂਦਾ ਹੈ? ਗੁਰੂ ਅਰਜਨ ਸਾਹਿਬ। ਪ੍ਰਿਥੀ ਚੰਦ ਜੀ ਤੇ ਮਹਾਦੇਵ ਜੀ ਕਿਉਂ ਨਹੀਂ ਲੈ ਗਏ? ਜੇ ਹੁਕਮ ਮੰਨਣ ਲੱਗਿਆਂ ਗੁਰੂ ਹਰਿ ਪਾਤਸ਼ਾਹ ਜੀ ਅੱਗੇ ਨੇ, ਤੇ ਫਿਰ ਬਖਸ਼ਿਸ਼ ਬਾਬਾ ਧੀਰਮਲ ਕਿਉਂ ਨਹੀਂ ਲੈ ਗਏ? ਹੁਕਮ ਗੁਰੂ ਹਰਿ ਸਾਹਿਬ ਜੀ ਦਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮੰਨਣ, ਤੇ ਬਖਸ਼ਿਸ਼ ਰਾਮ ਰਾਏ ਜੀ ਥੋੜੀ ਲੈ ਜਾਣਗੇ? ਕਿਹਨੂੰ ਮਿਲੀ? ਬਖਸ਼ਿਸ਼ ਗੁਰੂ ਤੇਗ ਬਹਾਦਰ ਸਾਹਿਬ ਕੋਲ, ਗੁਰੂ ਕਲਗੀਧਰ ਪਾਤਸ਼ਾਹ ਕੋਲ। ਕੀ ਉਦੋਂ ਵਿਰੋਧ ਕਰਨ ਵਾਲੇ ਨਹੀਂ ਸੀ? ਵਿਰੋਧ ਤੇ ਪਹਿਲੇ ਦਿਨ ਤੋਂ ਚੱਲਦਾ ਆਉਂਦਾ। ਜਿਸ ਦਿਨ ਗੁਰਤਾ ਗੱਦੀ ਦੀ ਦਾਤ ਭਾਈ ਲਹਿਣਾ ਜੀ ਨੂੰ ਮਿਲਦੀ ਹੈ, ਵਿਰੋਧ ਤੇ ਉਦਣ ਵੀ ਹੋਇਆ। ਜਿਸ ਦਿਨ ਗੁਰਤਾ ਗੱਦੀ ਗੁਰੂ ਅਮਰਦਾਸ ਸਾਹਿਬ ਨੂੰ ਮਿਲੀ, ਵਿਰੋਧ ਉਦਣ ਵੀ ਹੋਇਆ। ਤਖਤ ਤੇ ਬੈਠਿਆਂ ਨੂੰ ਲੱਤ ਆ ਕੇ ਮਾਰਦੇ ਕਿ ਨਹੀਂ ਮਾਰਦੇ? ਉਵਾਰੀ ਹੋਈ ਲੱਤ ਕਿਸ ਗੱਲ ਦਾ ਪ੍ਰਤੀਕ ਹੈ? ਵਿਰੋਧ ਦਾ। ਗੁਰੂ ਅਰਜਨ ਸਾਹਿਬ ਜੀ ਦੇ ਖਿਲਾਫ ਸਾਜ਼ਿਸ਼ਾਂ ਘੜਨੀਆਂ ਕਿਸ ਗੱਲ ਦਾ ਪ੍ਰਤੀਕ ਨੇ? ਵਿਰੋਧ ਦਾ। ਬਾਬਾ ਧੀਰਮਲ ਜੀ ਦਾ ਲੱਗ ਗੱਦੀ ਲਾ ਕੇ ਬਹਿ ਜਾਣਾ, ਗੁਰੂ ਤੇਗ ਬਹਾਦਰ ਸਾਹਿਬ ਉੱਤੇ ਗੋਲੀ ਚਲਾ ਕੇ ਹਮਲਾ ਕਰਵਾਉਣਾ ਕਿਸ ਗੱਲ ਦਾ ਪ੍ਰਤੀਕ ਹੈ? ਵਿਰੋਧ ਦਾ। ਹੁਣ ਜਿਹੜਾ ਰਜ਼ਾ ਮੰਨੇਗਾ, ਬਖਸ਼ਿਸ਼ ਵੀ ਤੇ ਉਸੇ ਨੂੰ ਮਿਲੇਗੀ ਨਾ। ਤੇ ਸਾਹਿਬ ਜੀ ਨੇ ਸਮਝਾਇਆ, ਕਹਿੰਦੇ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਿਆ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਉਹਨੂੰ ਬਖਸ਼ਿਸ਼ ਮਿਲ ਗਈ, ਕਿਉਂਕਿ ਉਹ ਗੁਰੂ ਕੇ ਭਾਣੇ 'ਚ ਚੱਲਿਆ। ਤੇ ਜਿਹੜਾ ਜੀਵ ਗੁਰੂ ਕੇ ਭਾਣੇ ਵਿੱਚ ਚੱਲਿਆ ਹੈ, ਗੁਰੂ ਕੀ ਰਜ਼ਾ ਵਿੱਚ ਚੱਲਿਆ ਹੈ, ਸਾਹਿਬ ਕਹਿੰਦੇ ਗੁਰੂ ਦੇ ਰਾਹੀਂ, ਗੁਰੂ ਉਪਦੇਸ਼ ਸਦਕਾ ਉਹਨੂੰ ਇਹ ਗੱਲ ਸਮਝ ਆ ਗਈ, ਕਾਰਨ ਕਰਤੇ ਵਸ ਹੈ, ਵੀ ਰੱਬ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਕੋਈ ਕਾਰਨ ਹੈ, ਕੋਈ ਤਰੀਕਾ ਹੈ, ਉਹ ਸਾਰੇ ਦਾ ਸਾਰਾ ਉਸ ਕਰਤਾਰ ਦੇ ਹੱਥ ਹੈ। ਉਹਦੇ ਤੋਂ ਬਿਨਾਂ ਕਿਸੇ ਕੋਲ ਤਾਕਤ ਨਹੀਂ ਹੈ ਕਿ ਕੋਈ ਵੀ ਕੁਛ ਕਰ ਸਕਦਾ ਹੋਵੇ। ਸਾਰਾ ਕੁਝ ਉਸੇ ਮਾਲਕ ਦੇ ਹੱਥ ਵਿੱਚ ਹੈ। ਪਰ ਇਸ ਗੱਲ ਨੂੰ ਗੁਰੂ ਦੇ ਰਾਹੀਂ, ਗੁਰੂ ਕੀ ਰਜ਼ਾ ਵਿੱਚ ਚੱਲਣ ਵਾਲਾ ਕੋਈ ਵਿਰਲਾ ਹੀ ਬੁੱਝਦਾ ਹੈ। ਮਹੱਲਾ ਤੀਜਾ। ਨਾਨਕ ਹਰ ਨਾਮ ਜਿਨੀ ਅਰਾਧਿਆ, ਅਨ ਦਿਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੇ ਕਾਰ। ਨਾਨਕ ਹਰ ਨਾਮ ਜਿਨੀ ਅਰਾਧਿਆ। ਹੇ ਨਾਨਕ ਜੀਓ, ਜਿਨ੍ਹਾਂ ਨੇ ਹਰੀ ਨਾਮ ਨੂੰ ਅਰਾਧਿਆ, ਅਨ ਦਿਨ ਹਰ ਲਿਵਤਾਰ, ਜਿਹੜੇ ਦਿਨ ਰਾਤ ਲਗਾਤਾਰ ਸਮਾਧੀ ਲਾਈ ਰੱਖਦੇ ਨੇ। ਸਮਾਧੀ ਲਾਈ ਰੱਖਣ ਤੋਂ ਭਾਵ ਇਹ ਨਹੀਂ ਵੀ ਚੌਂਕੜਾ ਮਾਰ ਕੇ ਤੇ ਅੱਖਾਂ ਬੰਦ ਕਰਕੇ ਬੈਠੇ ਨੇ। ਸਮਾਧੀ ਲਾਈ ਤੋਂ ਭਾਵ ਲਗਾਤਾਰ ਰੱਬ ਦੀ ਯਾਦ ਵਿੱਚ ਜੁੜੇ ਰਹਿਣਾ। ਕਿਉਂਕਿ ਜੇ ਮਖੱਟੂ ਹੋ ਕੇ ਬਹਿ ਗਏ, ਪਰਵਾਨੇ ਤੇ ਫੇਰ ਨਹੀਂ ਜਾਣਾ। ਲਗਾਤਾਰ ਸਮਾਧੀ ਲੱਗਣ ਤੋਂ ਭਾਵ ਲਗਾਤਾਰ ਰੱਬ ਜੀ ਕੀ ਯਾਦ ਵਿੱਚ ਜੁੜੇ ਰਹਿਣਾ। ਨਾਨਕ ਹਰ ਨਾਮ ਜਿਨੀ ਅਰਾਧਿਆ। ਹੇ ਨਾਨਕ ਜੀਓ, ਜਿਨ੍ਹਾਂ ਨੇ ਹਰੀ ਨਾਮ ਨੂੰ ਅਰਾਧਿਆ, ਦਿਨ ਰਾਤ ਆਪਣੀ ਸੁਰਤ ਰੱਬ ਜੀ ਵਿੱਚ ਜੋੜ ਕੇ ਰੱਖੀ, ਤੇ ਉਹਨਾਂ ਦੇ ਉੱਤੇ ਨਾ ਫਿਰ ਬਖਸ਼ਿਸ਼ ਹੁੰਦੀ। ਦੇਖੋ,
ਉਹ ਰੱਬ ਮਗਰ ਚੱਲੇ। ਤੇ ਜਿਹੜੇ ਰੱਬ ਜੀ ਮਗਰ ਚੱਲਦੇ ਨੇ, ਸਾਹਿਬ ਕਹਿੰਦੇ ਮਾਇਆ ਬੰਦੀ ਖਸਮ ਕੀ। ਖਸਮ ਇੱਥੇ ਵਰਤਿਆ ਗਿਆ ਰੱਬ ਜੀ ਵਾਸਤੇ। ਕਹਿੰਦੇ ਉਹ ਜਿਹੜਾ ਖਸਮ ਹੈ ਨਾ, ਉਹਦੀ ਬੰਦੀ ਹੈ ਮਾਇਆ। ਉਹਦੀ ਬੰਦੀ ਤੋਂ ਭਾਵ ਉਹਦੀ ਦਾਸੀ, ਉਹਦੀ ਸੇਵਿਕਾ। ਤੇ ਜਿਹੜਾ ਰੱਬ ਜੀ ਕੇ ਹੁਕਮ ਅਨੁਸਾਰੀ ਚੱਲਣ ਵਾਲਾ ਹੈ, ਉਹਦੇ ਮਗਰ ਚੱਲਣ ਵਾਲਾ, ਉਹਦੀ ਰਜ਼ਾ ਵਿੱਚ। ਰਾਜੇ ਨਾਲ ਮਿੱਤਰਤਾ ਬਣੀ ਹੋਵੇ, ਵਜ਼ੀਰਾਂ ਤੋਂ ਡਰ ਕਾਹਦਾ? ਰਾਜੇ ਨਾਲ ਮਿੱਤਰਤਾ ਬਣੀ ਹੋਵੇ, ਪਹਿਰੇਦਾਰਾਂ ਤੋਂ ਖੌਫ ਕਾਹਦਾ? ਰਾਜੇ ਨਾਲ ਮਿੱਤਰਤਾ ਬਣੀ ਹੋਵੇ, ਸਿਪਾਹੀਆਂ ਤੋਂ ਡਰ ਕਾਹਦਾ? ਰਾਜੇ ਨਾਲ ਹੋਵੇ ਮਿੱਤਰਤਾ ਤੇ ਜਿੰਨੇ ਪਹਿਰੇਦਾਰ, ਜਿੰਨੇ ਸਿਪਾਹੀ, ਜਿੰਨੇ ਵਜ਼ੀਰ, ਉਹ ਕੀ ਨੇ? ਸਾਡੇ ਅਧੀਨ ਨੇ। ਮਿੱਤਰਤਾ ਕਿਹਦੇ ਨਾਲ ਹੈ? ਰਾਜੇ ਨਾਲ। ਤੇ ਜਿਸ ਦਾ ਪ੍ਰੇਮ ਪਰਮੇਸ਼ਵਰ ਨਾਲ ਹੈ, ਹੁਣ ਪਰਮੇਸ਼ਵਰ ਦੀ ਸੇਵਿਕਾ ਕੌਣ ਹੈ? ਮਾਇਆ। ਤੇ ਸਾਡੀ ਕੀ ਬਣੀ? ਸੇਵਕਾ ਹੀ ਬਣੀ ਨਾ। ਜਿਹੜੇ ਰੱਬ ਦੇ ਪਿਆਰੇ ਜਨ ਨੇ, ਜਿਨ੍ਹਾਂ ਨੇ ਰੱਬ ਜੀ ਨਾਲ ਆਪਣੀ ਸੁਰਤ ਜੋੜੀ ਹੈ, ਰੱਬ ਜੀ ਦੀ ਸੇਵਕਾ, ਰੱਬ ਜੀ ਦੀ ਨੌਕਰ ਹੈ ਮਾਇਆ। ਜਿਨੇ ਸੁਰਤ ਰੱਬ ਨਾਲ ਜੋੜ ਲਈ, ਮਾਇਆ ਉਹਦੀ ਕੀ ਬਣ ਗਈ? ਨੌਕਰ। ਤੇ ਜੇ ਕੋਈ ਬੰਦਾ ਜਾ ਕੇ ਨੌਕਰ ਹੀ ਸਿਰ ਤੇ ਚੜਾਈ ਫਿਰੇ, ਤੇ ਕਸੂਰ ਕਿਹਦਾ? ਹੁਣ ਇਹਨੂੰ ਹੋਰ ਸੌਖਾ ਸਮਝ ਲਈਏ। ਇਨਸਾਨ ਰਾਜੇ ਨਾਲ ਮਿੱਤਰਤਾ ਪਾਉਣ ਦੀ ਬਜਾਏ ਨੌਕਰ ਨਾਲ ਮਿੱਤਰਤਾ ਪਾ ਲੇ। ਨੌਕਰ ਤੇ ਹੋ ਸਕਦਾ ਹੈ ਵੀ ਸਤਿਕਾਰ ਕਰੇ, ਪਰ ਕਿਤੇ ਕਿਤੇ ਆ ਕੇ ਨੌਕਰ ਨੇ ਵੀ ਰੋਹਬ ਮਾਰ ਜਾਣਾ ਵੀ ਮੈਂ ਰਾਜੇ ਦਾ ਨੌਕਰ ਆ, ਤੇਰਾ ਥੋੜੀ। ਜੇ ਇਹ ਦੋਵੇਂ ਚੀਜ਼ਾਂ, ਰਾਜੇ ਨਾਲ ਮਿੱਤਰਤਾ ਸੀ, ਨੌਕਰ ਰੋਹਬ ਨਹੀਂ ਸੀ ਮਾਰ ਸਕਦਾ, ਉਹਨੂੰ ਡਰ ਸੀ ਵੀ ਜੇ ਕਿਤੇ ਰਾਜੇ ਨੂੰ ਦੱਸਤਾ ਤੇ ਉਹਨੇ ਮੈਨੂੰ ਹਟਾ ਦੇਣਾ, ਉਹਨੇ ਮੈਨੂੰ ਦੌੜਾ ਦੇਣਾ। ਹੁਣ ਮਿੱਤਰਤਾ ਪਈ ਹੈ ਨੌਕਰ ਨਾਲ, ਉਹ ਅਗਲਾ ਵੀ ਕਹਿੰਦਾ ਵੀ ਚੱਲ ਮੇਰੇ ਥੱਲੇ, ਅਧੀਨ ਹੋ ਕੇ ਚੱਲ। ਮੇਰਾ ਅਸਲ ਰਸੂਖ ਰਾਜੇ ਨਾਲ, ਤੈਨੂੰ ਮੈਂ ਕੀ ਜਾਣਦਾ? ਫਰਕ ਹੈ ਨਾ। ਇਸੇ ਤਰ੍ਹਾਂ ਜਿੰਨੇ ਮਿੱਤਰਤਾ ਰੱਬ ਨਾਲ ਬਣਾਈ, ਮਾਇਆ ਉਹਦੀ ਬਣ ਗਈ ਨੌਕਰ। ਤੇ ਜਿਹੜਾ ਹੁਣ ਮਾਇਆ ਨਾਲ ਹੀ ਮਿੱਤਰਤਾ ਪਾ ਲੇ, ਉਹ ਵੀ ਕਹਿੰਦੀ ਵੀ ਚੱਲ ਹੁਣ ਮੇਰੇ ਤੋਂ ਪੁੱਛ ਕੇ ਹੀ ਚੱਲੇਗਾ। ਫਿਰ ਚੱਲਦਾ ਕਿ ਨਹੀਂ ਇਨਸਾਨ? ਉਹ ਜਿਵੇਂ ਨਚਾਉਂਦੀ ਫਿਰ ਉਵੇਂ ਹੀ ਨੱਚਦਾ ਹੈ। ਉਹ ਕਹਿੰਦੀ ਇਸ ਪਾਸੇ ਜਾ, ਤੇ ਤੁਰਿਆ ਜਾਂਦਾ ਹੈ। ਹੁਣ ਮਾਇਆ ਕਹਿੰਦੀ ਵੀ ਮੁੜਿਆ, ਤੇ ਮੁੜ ਆਉਂਦਾ। ਜੇ ਇਹੀ ਮਿੱਤਰਤਾ ਰਾਜੇ ਨਾਲ ਪੈ ਜਾਂਦੀ, ਮਾਲਕ ਕਹਿੰਦੇ ਮਾਇਆ ਬੰਦੀ ਖਸਮ ਕੀ, ਤਿੰਨ ਅੱਗੇ ਕਮਾਵੇ ਕਾਰ। ਉਹ ਉਹਨਾਂ ਦੇ ਅੱਗੇ ਵੀ ਨੌਕਰ ਬਣ ਕੇ ਖੜੀ ਹੈ। ਬਾਬਾ ਕਬੀਰ ਜੀ ਕੀ ਕਹਿੰਦੇ? ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹਨਾਂ ਦੀ ਵੀ ਕਾਰ ਕਮਾਉਂਦੀ। ਤੇ ਜੇ ਬੰਦਾ ਹੁਣ ਮਾਇਆ ਨੂੰ ਸਿਰ ਤੇ ਚੜਾਈ ਫਿਰੇ, ਤੇ ਕਸੂਰ ਕਿਹਦਾ? ਨੌਕਰ ਨੂੰ ਸਿਰ ਤੇ ਚੜਾਉਣਾ ਕਸੂਰ ਕਿਹਦਾ ਹੈ? ਆਪਣਾ। ਸਤਿਗੁਰੂ ਜੀ ਨੇ ਅਗਾਂਹ ਜਾ ਕੇ ਦੱਸਿਆ, ਸਾਰਾ ਜ਼ਿਕਰ ਕੀਤਾ। ਮਾਲਕ ਜੀ ਕਹਿੰਦੇ ਜਿਨ੍ਹਾਂ ਦਿਨ ਰਾਤ ਰੱਬ ਨਾਲ ਸੁਰਤ ਜੋੜੀ, ਮਾਇਆ ਉਹਨਾਂ ਦੀ ਵੀ ਨੌਕਰ ਬਣ ਜਾਂਦੀ ਹੈ। ਪੂਰੇ ਪੂਰਾ ਕਰ ਛੋਡਿਆ, ਹੁਕਮ ਸਵਾਰਨ ਹਾਰ। ਗੁਰ ਪ੍ਰਸਾਦੀ ਜਿਨ ਬੁਝਿਆ, ਤਿਨ ਪਾਇਆ ਮੋਖ ਦੁਆਰ। ਜਦੋਂ ਪੂਰੇ ਨਾਲ ਜੁੜੇ ਤੇ ਪੂਰੇ ਨੇ ਰਹਿਮਤ ਕੀਤੀ, ਤੇ ਸਾਨੂੰ ਵੀ ਪੂਰਿਆਂ ਕਰ ਲਿਆ। ਜਦੋਂ ਜੋੜੀ ਪੂਰੇ ਨਾਲ ਗਏ, ਅਸੀਂ ਵੀ ਪੂਰੇ ਹੋ ਗਏ। ਪੂਰਾ ਪੂਰਾ ਕਰ ਛੋਡਿਆ, ਉਹਨੇ ਪੂਰਾ ਕਰਤਾ। ਹੁਕਮ ਸਵਾਰਨ ਹਾਰ, ਉਹਦੇ ਹੁਕਮ ਵਿੱਚ ਜਿਹੜਾ ਜੀਵ ਚੱਲਦਾ ਹੈ, ਉਹ ਅਕਾਲ ਪੁਰਖ ਪਰਮੇਸ਼ਵਰ ਜੀ ਜਿਹੜਾ ਸਭਨਾਂ ਨੂੰ ਸਵਾਰਨ ਵਾਲਾ ਹੈ, ਉਹ ਆਪਣੇ ਹੁਕਮ ਵਿੱਚ ਚੱਲਣ ਵਾਲੇ ਨੂੰ ਕੀ ਬਣਾ ਦਿੰਦਾ ਹੈ? ਪੂਰਾ ਕਰ ਦਿੰਦਾ ਹੈ ਉਹਨੂੰ। ਜਿਹੜਾ ਸਵਾਰਨਹਾਰ ਹੈ, ਉਹ ਸਵਾਰਨਹਾਰ ਪਰਮੇਸ਼ਵਰ ਆਪਣੇ ਹੁਕਮ ਵਿੱਚ ਚੱਲਣ ਵਾਲੇ ਨੂੰ ਪੂਰਾ ਕਰ ਛੋਡਿਆ, ਉਹਨੂੰ ਪੂਰਾ ਕਰਤਾ। ਪੂਰਾ ਕਰਨ ਤੋਂ ਭਾਵ ਵੀ ਸੰਪੂਰਨ, ਹਰ ਪਾਸੇ ਤੋਂ ਭਰਿਆ ਹੋਇਆ। ਤੇ ਨਾਲ ਗੁਰਪ੍ਰਸਾਦੀ ਜਿਨ ਬੁੱਝਿਆ, ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿਨੇ ਸਮਝ ਲਿਆ,
ਬੁੱਝ ਲਿਆ, ਜਾਣ ਲਿਆ ਕਿਹਨੂੰ? ਪਰਮੇਸ਼ਵਰ ਨੂੰ। ਤਿੰਨ ਪਾਇਆ ਮੋਖ ਦੁਆਰ, ਉਹਨਾਂ ਨੂੰ ਮੁਕਤੀ ਦਾ ਦਰਵਾਜ਼ਾ ਮਿਲ ਜਾਂਦਾ ਹੈ, ਮੁਕਤੀ ਦਾ ਰਾਹ, ਮੁਕਤੀ ਦਾ ਮਾਰਗ ਮਿਲ ਜਾਂਦਾ ਹੈ, ਜਿਹੜੇ ਗੁਰੂ ਦੇ ਰਾਹੀਂ ਪਰਮੇਸ਼ਵਰ ਨੂੰ ਜਾਣ ਲੈਂਦੇ ਹਨ। ਮਨ ਮੁਖ ਹੁਕਮ ਨਾ ਜਾਣਣੀ, ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿਨੀ ਆਰਾਧਿਆ, ਤਿਨੀ ਤਰਿਆ ਭੋਜਲ ਸੰਸਾਰ। ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣਹਾਰ। ਦੋਵੇਂ ਕੈਟਾਗਰੀਜ਼ ਸਤਿਗੁਰੂ ਜੀ ਨੇ ਰੱਖਤੀਆਂ। ਕਹਿੰਦੇ ਮਨਮੁਖ ਹੁਕਮ ਨਾ ਜਾਣਨੀ, ਇਹ ਹੁਕਮ ਜਾਣਦੇ ਨਹੀਂ, ਇਹਨੂੰ ਇਸ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਹੁਕਮ ਦੇ ਵਿੱਚ ਚੱਲਦਾ ਤੇ ਹੈ, ਪਰ ਜਬਰੀ ਚਲਾਉਣਾ ਪੈਂਦਾ, ਚੱਲਦਾ। ਜਦੋਂ ਕਹਿੰਦੇ ਹੁਕਮ ਵਿੱਚ ਨਹੀਂ ਚੱਲਿਆ, ਕਿਉਂਕਿ ਹੁਣ ਜਦੋਂ ਹੁਕਮ ਮੰਨਣਾ ਹੀ ਨਹੀਂ, ਫਿਰ ਕੀ ਕਰੇਗਾ? ਰਾਹ ਲੱਭੇਗਾ ਵੀ ਹੁਕਮ ਮੰਨੇ ਤੋਂ ਬਿਨਾਂ ਸਰ ਸਕਦਾ। ਸੁਭਾਵਿਕ ਜਿਹੀ ਗੱਲ ਹੈ, ਨਿਯਮ ਤੋੜੇਗਾ, ਰੂਲ ਤੋੜੇਗਾ। ਜਦੋਂ ਤੋੜੇਗਾ ਤੇ ਪਤਾ ਲੱਗ ਗਿਆ ਤੇ ਫਿਰ ਸਜ਼ਾ ਮਿਲੇਗੀ। ਸਤਿਗੁਰੂ ਕਹਿੰਦੇ ਮਨਮੁਖ ਹੁਕਮ ਨਾ ਜਾਣਨੀ, ਨਹੀਂ ਜਾਣਿਆ ਉਹਨੇ ਹੁਕਮ ਨੂੰ, ਫਿਰ ਤਿੰਨ ਮਾਰੇ ਜਮ ਜੰਦਾਰ, ਫਿਰ ਉਹਨੂੰ ਮਾਰ ਪੈਂਦੀ ਹੈ, ਦੁੱਖ ਮਿਲਦਾ ਹੈ, ਤਕਲੀਫ ਹੁੰਦੀ ਹੈ। ਗੁਰਮੁਖ ਜਿਨੀ ਆਰਾਧਿਆ, ਗੁਰੂ ਦੇ ਰਾਹੀਂ ਜਿਨੇ ਆਰਾਧਨਾ ਕੀਤਾ, ਤਿੰਨ ਤਰਿਆ ਭੌਜਲ ਸੰਸਾਰੋ, ਸੰਸਾਰ ਭੌਜਲ ਤਰ ਗਿਆ। ਸਭ ਔਗਣ ਗੁਣੀ ਮਿਟਾਇਆ, ਕਿਉਂਕਿ ਗੁਰੂ ਜੀ ਨੇ ਆਪ ਕਿਰਪਾ ਕਰਕੇ ਸਾਰੇ ਔਗਣ, ਸਾਰਾ ਕੁਝ ਖਤਮ ਕਰਤਾ। ਗੁਰ ਆਪੇ ਬਖਸ਼ਣਹਾਰ, ਕਿਉਂਕਿ ਬਖਸ਼ਣਹਾਰ ਵੀ ਉਹ ਆਪ ਹੀ ਬਣ ਜਾਂਦਾ ਹੈ, ਆਪੇ ਹੀ ਬਖਸ਼ਣਹਾਰ ਹੈ ਉਹ। ਤੇ ਜੇ ਅਸੀਂ ਉਹਦੇ ਅਨੁਸਾਰੀ ਚੱਲ ਪਈਏ, ਉਹ ਆਪੇ ਬਖਸ਼ ਦਿੰਦਾ ਹੈ। ਅਸੀਂ ਉਹਦੇ ਅਨੁਸਾਰੀ ਨਾ ਚੱਲੀਏ, ਮਾਰੇ ਜਾਂਦੇ ਆ ਨਾ। ਜਿਹਦੇ ਨਾਲ ਤੇ ਬਹੁਤ ਲਗਾਵ ਹੋਵੇ, ਸੰਸਾਰਕ ਤੌਰ ਤੇ ਆਪਾਂ ਵੇਖੀਏ, ਉਹਦੇ ਔਗਣਾਂ ਤੇ ਅਸੀਂ ਪਰਦੇ ਪਾਉਂਦੇ ਆ, ਤੇ ਜਿਹਦੇ ਨਾਲ ਲਗਾਵ ਨਾ ਹੋਵੇ, ਉਹਦੇ ਗੁਣ ਵੀ ਔਗਣ ਲੱਗਦੇ ਨੇ। ਜਿਹਦੇ ਨਾਲ ਲਗਾਵ ਹੈ, ਪ੍ਰੇਮ, ਇੱਕ ਇਨਸਾਨ ਨਾਲ ਬਹੁਤ ਜ਼ਿਆਦਾ ਪਿਆਰ ਹੈ, ਬੜਾ ਪ੍ਰੇਮ ਹੈ, ਸੰਬੰਧ ਬੜੇ ਚੰਗੇ, ਉਹ ਕਿਤੇ ਮਾੜਾ ਕੰਮ ਵੀ ਕਰਦਾ ਹੋਏਗਾ ਨਾ, ਤੇ ਵੀ ਨਹੀਂ ਇਦਾਂ ਨਹੀਂ ਕਰ ਸਕਦਾ, ਮੈਂ ਜਾਣਦਾ ਉਹਨੂੰ, ਉਹ ਐਸਾ ਨਹੀਂ ਹੈ। ਹੁਣ ਉਹੀ ਬੰਦਾ ਜਿਹਦੇ ਨਾਲ ਬਹੁਤ ਵਧੀਆ ਸੰਬੰਧ, ਕਿਸੇ ਕਾਰਨ ਕਰਕੇ ਉਹਦੇ ਨਾਲ ਗਈ ਵਿਗੜ, ਤੇ ਹੁਣ ਜਿਹੜਾ ਪਹਿਲਾਂ ਆ ਕੇ ਕਹਿੰਦਾ ਸੀ ਵੀ ਉਹ ਮਾੜੇ ਕੰਮ ਕਰਦਾ ਹੈ, ਤੇ ਉਦੋਂ ਕੀ ਕਹਿੰਦਾ ਵੀ ਨਹੀਂ ਉਹ ਇਦਾਂ ਕਰ ਹੀ ਨਹੀਂ ਸਕਦਾ, ਮੈਂ ਜਾਣਦਾ। ਹੁਣ ਉਹੀ ਬੰਦਾ ਆ ਕੇ ਕਹਿੰਦਾ ਯਾਰ ਵਾਕਈ ਮੈਂ ਗਲਤ ਸਾਂ, ਉਹ ਤੇ ਬੜੇ ਭਲੇ ਕੰਮ ਕਰਦਾ, ਨਹੀਂ ਨਹੀਂ ਤੈਨੂੰ ਭੁਲੇਖਾ ਹੈ, ਉਹ ਤੇ ਮਾੜਾ ਹੈ। ਫਰਕ ਸਿਰਫ ਇੰਨਾ ਪਿਆ ਵੀ ਪਹਿਲੋਂ ਪ੍ਰੇਮ ਸੀ ਤੇ ਹੁਣ ਈਰਖ ਹੈ, ਹੁਣ ਈਰਖ ਹੈ। ਪਹਿਲੋਂ ਪ੍ਰੇਮ ਔਗਣ ਵੀ ਛੁਪਾਈ ਗਿਆ, ਹੁਣ ਈਰਖਾ ਨੂੰ ਗੁਣ ਵੀ ਮਾੜੇ ਲੱਗਦੇ ਨੇ। ਜਦੋਂ ਗੁਰੂ ਨਾਲ ਸਾਡਾ ਪ੍ਰੇਮ ਬਣ ਗਿਆ ਨਾ, ਤੇ ਗੁਰੂ ਪਾਤਸ਼ਾਹ ਕੀ ਕਰਦੇ? ਪਰਦਾ ਪਾ ਦਿੰਦੇ ਸਾਡੇ ਔਗਣਾਂ ਤੇ, ਗੁਣਾਂ ਦੀ ਦਾਤ ਸਾਨੂੰ ਬਖਸ਼ ਦਿੰਦੇ ਨੇ। ਔਰ ਅਸੀਂ ਗੁਰੂ ਤੋਂ ਕੁਰਬਾਨ ਜਾਈਏ, ਵਾਰਨੇ ਜਾਈਏ, ਅਸੀਂ ਭਾਵੇਂ ਗੁਰੂ ਨਾਲੋਂ ਆਪਣਾ ਪ੍ਰੇਮ ਤੋੜ ਲਈਏ, ਪਰ ਉਹ ਸਾਡੇ ਔਗਣਾਂ ਤੇ ਫਿਰ ਵੀ ਪਰਦਾ ਹੀ ਰੱਖਦਾ, ਕਦੇ ਚੁੱਕਦਾ ਨਹੀਂ ਹੈ। ਤੇ ਜਿਸ ਦਿਨ ਉਹ ਔਗਣਾਂ ਤੋਂ ਪਰਦਾ ਚੁੱਕ ਦਿੰਦਾ ਹੈ, ਤੇ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਉਦਣ ਫਿਰ ਬਚਾ ਸਕਦੀ ਹੋਵੇ। ਇਸੇ ਕਰਕੇ ਸਾਹਿਬ ਜੀ ਨੇ ਬਾਣੀ 'ਚ ਜਦੋਂ ਗੁਰੂ ਅੱਗੇ ਅਰਜ਼ੋਈ, ਰੱਬ ਜੀ ਅੱਗੇ ਅਰਜ਼ੋਈ ਕੀਤੀ, ਤੇ ਆਖਿਆ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ। ਇਹੀ ਪਰਦਾ ਪਾ ਕੇ ਰੱਖੀ ਮੇਰੇ ਸਾਈਆਂ, ਮੇਰੇ ਔਗਣਾਂ ਨੂੰ ਢੱਕ ਕੇ ਰੱਖੀ। ਉਹ ਆਪ ਹੀ ਫਿਰ ਬਖਸ਼ਣਹਾਰ ਬਖਸ਼ ਲੈਂਦਾ ਹੈ। ਪੌੜੀ ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕਿਸ ਜਾਣਦਾ,
ਹਰ ਜੀਵੜ ਨਾਹੀ ਕੋਈ, ਜਾਣ ਹਰ ਧਰਮ ਵਿਚਾਰਦਾ। ਪੌੜੀ ਦੇ ਵਿੱਚ ਆ ਕੇ ਫਿਰ ਰੱਬ ਜੀ ਦੇ ਪਿਆਰਿਆਂ ਦੀ ਹੁਣ ਪ੍ਰਤੀਤ ਦਾ ਜ਼ਿਕਰ ਗੁਰੂ ਸਾਹਿਬ ਕਰਦੇ। ਕਹਿੰਦੇ ਹਰ ਕੀ ਭਗਤਾਂ ਪ੍ਰਤੀਤ, ਰੱਬ ਦੇ ਭਗਤਾਂ ਦੀ ਪ੍ਰਤੀਤ। ਪ੍ਰਤੀਤ ਮਤਲਬ ਭਰੋਸਾ, ਵਿਸ਼ਵਾਸ। ਕੀ ਵਿਸ਼ਵਾਸ ਹੈ? ਹਰ ਸਭ ਕੁਛ ਜਾਣਦਾ। ਰੱਬ ਜੀ ਦੇ ਪਿਆਰਿਆਂ ਨੂੰ ਰੱਬ ਤੇ ਇਹ ਭਰੋਸਾ ਹੈ ਵੀ ਰੱਬ ਸਾਰਾ ਕੁਝ ਜਾਣਦਾ ਹੈ। ਚਾਹੇ ਚੰਗਾ ਤੇ ਚਾਹੇ ਮਾੜਾ, ਰੱਬ ਸਭ ਕੁਝ ਜਾਣਦਾ ਹੈ। ਕੋਈ ਬੁਰਾ ਕਰਨ ਵਾਲਾ ਰੱਬ ਉਹ ਵੀ ਜਾਣਦਾ ਹੈ, ਕੋਈ ਚੰਗਾ ਕਰਨ ਵਾਲਾ ਤੇ ਰੱਬ ਉਹ ਵੀ ਜਾਣਦਾ ਹੈ। ਰੱਬ ਮਾੜੇ ਕੀਤੇ ਨੂੰ ਵੀ ਜਾਣਦਾ ਹੈ ਤੇ ਰੱਬ ਚੰਗੇ ਕੀਤੇ ਨੂੰ ਵੀ ਜਾਣਦਾ ਹੈ। ਹਰ ਕੀ ਭਗਤਾਂ ਪ੍ਰਤੀਤ, ਇਹ ਰੱਬ ਦੇ ਪਿਆਰਿਆਂ ਦੀ ਪ੍ਰਤੀਤ ਹੈ, ਭਰੋਸਾ ਹੈ। ਉਹਨਾਂ ਦਾ ਭਰੋਸਾ ਹੈ ਹਰ ਜੇਵੜ ਨਾਹੀਂ ਕੋਈ, ਰੱਬ ਵਰਗਾ ਦੂਜਾ ਕੋਈ ਨਹੀਂ ਹੈ। ਜਾਣ, ਜਿਹੜਾ ਇਸ ਗੱਲ ਤੋਂ ਜਾਣੂ ਹੈ, ਜਿਹੜਾ ਇਸ ਗੱਲ ਨੂੰ ਜਾਣਦਾ ਹੈ, ਹਰ ਜੇਖਾ ਅਵਰ ਨਾ ਕੋਈ, ਉਹ ਕੀ ਕਰਦਾ ਹੈ? ਹਰ ਧਰਮ ਵਿਚਾਰਦਾ। ਉਹ ਇਸ ਗੱਲ ਤੋਂ ਜਾਣੂ ਹੈ ਵੀ ਰੱਬ ਧਰਮ ਹੀ ਵਿਚਾਰਦਾ ਹੈ, ਮਤਲਬ ਰੱਬ ਇਨਸਾਫ ਕਰਦਾ ਹੈ। ਰੱਬ ਦੇ ਭਗਤ ਨੂੰ, ਪਰ ਰੱਬ ਦੇ ਭਗਤ ਦੀ ਗੱਲ ਚੱਲ ਰਹੀ ਨਾ, ਰਜ਼ਾ ਵਿੱਚ ਚੱਲਣ ਵਾਲੇ ਦੀ ਗੱਲ ਚੱਲ ਰਹੀ ਹੈ। ਜਿਹੜਾ ਰੱਬ ਜੀ ਕੀ ਰਜ਼ਾ 'ਚ ਰਾਜੀ, ਰੱਬ ਦੇ ਭਰੋਸੇ ਤੇ, ਉਹ ਕਹਿੰਦਾ ਰੱਬ ਸਭ ਕੁਝ ਜਾਣਦਾ, ਉਹ ਸਾਰਾ ਕੁਝ ਜਾਣਦਾ। ਤੇ ਇਸ ਗੱਲ ਤੋਂ ਜਾਣੂ ਇਨਸਾਨ ਇਹ ਵੀ ਜਾਣਦਾ ਹੈ ਕਿ ਰੱਬ ਜਦੋਂ ਕਰਦਾ ਤੇ ਕੀ ਕਰਦਾ? ਧਰਮ ਵਿਚਾਰਦਾ। ਰੱਬ ਧਰਮ ਦੀ ਵਿਚਾਰ ਕਰਦਾ, ਉਹ ਨਿਆਂ ਕਰਦਾ, ਇਨਸਾਫ ਕਰਦਾ, ਉਹ ਬੇਇਨਸਾਫੀ ਨਹੀਂ ਕਰਦਾ। ਰੱਬ ਦਾ ਭਗਤ ਇਸ ਗੱਲ ਤੋਂ ਜਾਣੂ ਹੈ। ਅਸੀਂ ਸੰਸਾਰੀ ਜੀਵ ਹਾਂ, ਅਸੀਂ ਚੱਲਦੇ ਹਾਂ ਉਲਟ। ਰੱਬ ਦਾ ਭਗਤ ਭਰੋਸੇ ਤੇ ਬੈਠਾ ਵੀ ਰੱਬਾ ਤੂੰ ਕਰੇਗਾ ਇਨਸਾਫ, ਤੇ ਅਸੀਂ ਆ ਸੰਸਾਰੀ, ਅਸੀਂ ਕਹਿੰਦੇ ਆ ਵੀ ਰੱਬਾ ਤੂੰ ਇਨਸਾਫ। ਤੁਹਾਡੇ ਸਾਹਮਣੇ ਜਿਹੜਾ ਮਾੜਾ ਕਰਨ ਵਾਲਾ ਹੈ ਉਹ ਬੜਾ ਵੱਡਾ ਹੈ, ਜਿਹੜਾ ਚੰਗਾ ਕਰਨ ਵਾਲਾ ਉਹਦੇ ਹਾਲ ਵੇਖ ਲਾ। ਅਸੀਂ ਉਲਟ ਚੱਲਦੇ ਵੀ ਜਿੰਨੇ ਤੈਨੂੰ ਕਦੇ ਚੇਤੇ ਨਹੀਂ ਕੀਤਾ, ਉਹ ਅਸੀਂ ਕਹਿੰਦੇ ਵੀ 4 ਟਕੇ ਕੋਲ ਨੇ ਤੇ ਇਹ ਐਸ਼ ਪ੍ਰਸਤੀ ਹੈ, ਵੀ ਉਹ ਮੌਜ ਭਰੀ ਜ਼ਿੰਦਗੀ ਜਿਉਂਦਾ ਹੈ। ਜਿਹੜਾ ਦਿਨ ਰਾਤ ਤੇਰੀ ਯਾਦ 'ਚ ਜੁੜਿਆ ਉਹ ਭੁੱਖ ਨਾਲ ਲੂਝਦਾ ਪਿਆ। ਸਾਡੀ ਸੋਚ। ਪਰ ਰੱਬ ਦਾ ਪਿਆਰਾ, ਰੱਬ ਦਾ ਭਗਤ ਜਨ ਇਸ ਗੱਲ ਤੋਂ ਜਾਣੂ ਹੈ ਕਿ ਰੱਬ ਜੀ ਧਰਮ ਹੀ ਵਿਚਾਰਦੇ ਹਨ। ਕਾੜਾ ਅੰਦੇਸਾ ਕਿਉ ਕੀਜੈ, ਜਾ ਨਾਹੀ ਅਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਓ, ਪਾਪੀ ਨਰ ਹਾਰਦਾ। ਸਲਾਹ ਭਗਤ ਕਰ ਜੋੜ, ਹਰ ਭਗਤ ਜਨ ਤਰਦਾ। ਫਿਰ ਕਹਿੰਦੇ ਕਾੜਾ ਅੰਦੇਸ਼ਾ ਕਿਉਂ ਕੀਜੈ, ਕਿਉਂ ਕਰਨਾ ਕਾੜਾ, ਕਿਉਂ ਕਰਨਾ ਅੰਦੇਸ਼ਾ? ਵੀ ਝੋਰਾ ਫਿਕਰ ਕਾਹਦਾ, ਡਰ ਕਾਹਦਾ? ਜਾ ਨਾਹੀਂ ਅਧਰਮ ਮਾਰਦਾ। ਜਦੋਂ ਪਤਾ ਹੀ ਹੈ ਵੀ ਰੱਬ ਨੇ ਧਰਮ ਵਿਚਾਰਨਾ, ਅਧਰਮੀ ਨੇ ਮਾਰਿਆ ਜਾਣਾ, ਮਤਲਬ ਰੱਬ ਬੇਇਨਸਾਫੀ ਨਹੀਂ ਕਰਦਾ, ਉਹ ਇਨਸਾਫ ਕਰਦਾ। ਜਦੋਂ ਇਸ ਗੱਲ ਤੋਂ ਜਾਣੂ ਹੋ ਜਾਂਦਾ ਰੱਬ ਦਾ ਭਗਤ, ਉਹ ਕਹਿੰਦਾ ਫਿਰ ਡਰ ਕਾਹਦਾ ਭਾਈ, ਰੱਬ ਇਨਸਾਫ ਕਰੇਗਾ। ਵੀ ਮੈਂ ਐਵੇਂ ਝੋਰੇ 'ਚ ਝੁਰੀ ਜਾਵਾਂ, ਮੈਂ ਐਵੇਂ ਡਰ 'ਚ ਰਹੀ ਜਾਵਾਂ, ਮੈਨੂੰ ਡਰਨ ਦੀ ਕੀ ਲੋੜ ਹੈ, ਜਾਂ ਮੈਨੂੰ ਝੁਰਨ ਦੀ ਕੀ ਲੋੜ ਹੈ? ਇਨਸਾਫ ਰੱਬ ਨੇ ਕਰਨਾ। ਜਦੋਂ ਮੇਰੇ ਵੱਸ ਹੈ ਹੀ ਕੁਛ ਨਹੀਂ, ਮੇਰਾ ਬਸ ਜੇ ਇਨਸਾਨ ਦੀ ਜਿੱਦਾਂ ਦੀ ਬਿਰਤੀ ਨਾ, ਇਹ ਤੇ ਇਸ ਤਰ੍ਹਾਂ ਚੱਲੇ ਵੀ ਜੇ ਇਹਦਾ ਵੱਸ ਚੱਲੇ ਤੇ ਆਪਣੇ ਸਾਹਮਣੇ ਖੜੇ ਨੂੰ ਉਸੇ ਵੇਲੇ ਮਾਰ ਦੇ, ਪਰ ਇਹਦਾ ਵੱਸ ਨਹੀਂ ਹੈ। ਭਗਤ ਜਨ ਕਹਿੰਦੇ ਵੀ ਜਦੋਂ, ਹੁਣ ਵੇਖੋ ਭਗਤ ਕਬੀਰ ਸਾਹਿਬ ਜੀ ਦਾ ਆਪਾਂ ਜੀਵਨ ਪੜ੍ਹਦੇ, ਭਗਤ ਪ੍ਰਹਿਲਾਦ ਜੀ ਹੋਣਾ ਦਾ ਜੀਵਨ ਪੜ੍ਹਦੇ ਆ। ਭਗਤ ਕਬੀਰ ਸਾਹਿਬ ਨੂੰ ਸੁੱਟਣ ਵਾਲਿਆਂ ਹਾਥੀ ਅੱਗੇ ਸੁੱਟਿਆ ਕਿ ਨਹੀਂ ਸੁੱਟਿਆ? ਗੰਗਾ ਵਿੱਚ ਵੀ ਸੁੱਟ, ਕਿੰਨੀ ਕੋਸ਼ਿਸ਼ ਕੀਤੀ, ਤੇ ਭਗਤ ਕਬੀਰ ਸਾਹਿਬ ਦੀ ਜ਼ੁਬਾਨ ਚੋਂ ਇੱਕ ਵਾਰੀ ਨਿਕਲਿਆ ਹੋਵੇ ਵੀ ਰਾਜਾ ਤੇਰਾ ਕੱਖ ਨਾ ਰਹੇ,
ਉਹ ਨਹੀਂ, ਰੱਬ ਇਨਸਾਫ ਕਰਨ ਵਾਲਾ ਹੈ, ਉਹ ਆਪੇ ਕਰੇਗਾ। ਤੇ ਜੇ ਸਾਡੀ ਬਾਤ ਹੁੰਦੀ, ਕੋਈ ਗੱਲ ਨਹੀਂ ਰਾਜੇ, ਜਿੱਦਣ ਸਾਡਾ ਜ਼ੋਰ ਚੱਲਿਆ ਤੈਨੂੰ ਉਦੋਂ ਦੱਸਾਂਗੇ, ਸ਼ਾਇਦ ਅਸੀਂ ਇੱਥੇ ਆ ਜਾਂਦੇ। ਮਾਲਕ ਪਾਤਸ਼ਾਹ ਜੀ ਕਹਿੰਦੇ ਕਾੜਾ ਅੰਦੇਸ਼ਾ ਕਿਉਂ ਕੀਜੈ, ਜਾਂ ਨਹੀਂ ਆ ਧਰਮ ਮਾਰਦਾ। ਜਦੋਂ ਉਹਨੇ ਇਨਸਾਫ ਕਰਨਾ ਹੈ, ਬੇਇਨਸਾਫੀ ਕਰਨੀ ਹੋਈ ਨਹੀਂ, ਫਿਰ ਕਾੜਾ ਤੇ ਅੰਦੇਸ਼ਾ ਕਾਹਦਾ। ਸੱਚਾ ਸਾਹਿਬ ਸੱਚ ਨਿਆਓ, ਉਹ ਸਾਹਿਬ ਵੀ ਸੱਚਾ, ਉਹਦਾ ਇਨਸਾਫ ਵੀ ਸੱਚਾ। ਪਾਪੀ ਨਰ ਹਾਰਦਾ, ਜਿਹੜਾ ਪਾਪੀ ਹੈ ਉਹ ਹਾਰ ਜਾਂਦਾ ਹੈ। ਤੇ ਅਖੀਰ ਪੰਕਤੀ ਵਿੱਚ ਆ ਕੇ ਫਿਰ ਸਾਹਿਬ ਕਹਿੰਦੇ ਸਲਾਹਿਓ ਭਗਤਾਂ ਕਰ ਜੋੜ। ਜਿਹੜੇ ਉਹਦੇ ਭਗਤ ਜਨ ਨੇ ਨਾ, ਉਹ ਦਿਨ ਰਾਤ ਉਹਨੂੰ ਸਲਾਹੁੰਦੇ ਨੇ, ਸ਼ਲਾਘਾ ਕਰਦੇ ਉਹਦੀ। ਹਰ ਭਗਤ ਜਨ ਤਾਰਦਾ, ਕਿਉਂਕਿ ਉਹ ਜਾਣੂ ਨੇ ਵੀ ਰੱਬ ਆਪਣੇ ਭਗਤਾਂ ਨੂੰ ਤਾਰ ਦਿੰਦਾ ਹੈ। ਇਸ ਲਈ ਉਹਦੇ ਭਗਤ ਜਨ ਹੱਥ ਜੋੜ ਉਹਦੀ ਰਜ਼ਾ 'ਚ ਰਾਜੀ ਨੇ, ਉਹਦੀ ਰਜ਼ਾ 'ਚ ਰਾਜੀ ਰਹਿੰਦੇ ਹੋਏ ਉਹਦੀ ਸ਼ਲਾਘਾ ਦਿਨ ਰਾਤ ਕਰਦੇ ਨੇ। ਆਪਾਂ ਵੀ ਗੁਰੂ ਅੱਗੇ ਹੱਥ ਜੋੜ ਗੁਰੂ ਤੋਂ ਝੋਲੀਆਂ ਫੈਲਾ ਕੇ ਮੰਗਦੇ ਰਿਹਾ ਕਰੀਏ ਵੀ ਮਾਲਕ ਜੀਓ ਕਿਰਪਾ ਕਰੋ, ਸਾਡੀ ਝੋਲੀ ਵਿੱਚ ਵੀ ਆਪਣੀ ਯਾਦ, ਆਪਣਾ ਚਿੰਤਨ ਪਾਓ, ਜਾਂ ਤਾਂ ਜੋ ਤੁਹਾਨੂੰ ਆਰਾਧਦਿਆਂ ਹੋਇਆਂ ਕਿਤੇ ਸਾਡੇ ਮਨਾਂ ਦੀ ਪ੍ਰਤੀਤ ਭਰੋਸਾ ਆਪ ਜੀ ਉੱਪਰ ਬਣ ਜਾਏ, ਤੇ ਅਸੀਂ ਵੀ ਆਪ ਜੀ ਦੇ ਭਰੋਸੇ ਔਰ ਆਧਾਰ ਤੇ ਜਿਉਂਦਿਆਂ ਆਪਣੇ ਜੀਵਨ ਸਫਲ ਕਰਕੇ ਜਾਈਏ। ਤੇ ਸਾਹਿਬ ਅੱਗੇ ਅਰਜ਼ੋਈ ਕਰਦੇ ਰਿਹਾ ਕਰੋ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਝੋਲੀਆਂ ਆਪਣੇ ਨਾਮ ਦੀਆਂ ਦਾਤਾਂ ਨਾਲ ਭਰ ਦੇਣ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪਰਵਾਰ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਸੱਚਾ ਸਾਹਿਬ ਸੱਚ ਨਿਆਓ, ਪਾਪੀ ਨਰ ਹਰਿ ਦਾ। ਸਲਾਹ ਭਗਤః ਕਰ ਜੋੜ, ਹਰ ਭਗਤ ਜਨ ਤਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ